ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 256 ਤੇ ਹੇਠੋਂ 2 4 6 ਹੇਠੋਂ 6 ਪੰਕਤੀਆਂ ਛੱਡ ਕੇ ਸ਼ਲੋਕ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ, ਨਿਕਟ ਨਾ ਜਾਈਓ ਦੂਤ। ਧਰਮਰਾਜ ਨੇ ਜਮਦੂਤਾਂ ਨੂੰ ਕਿਹਾ, ਜਹ ਮੈਨੇ ਦਾ ਜਿੱਥੇ ਹਿੰਦੀ ਦਾ ਸ਼ਬਦ ਹੈ ਜਹਾਂ, ਉਹਦਾ ਸੰਖੇਪ ਰੂਪ ਹੈ ਜਹ। ਹਿੰਦੀ ਸ਼ਬਦ ਹੈ ਤਹਾਂ, ਤਹਾਂ ਦਾ ਸੰਖੇਪ ਰੂਪ ਹੈ ਤਹ। ਜਹ ਮੈਨੇ ਜਿੱਥੇ, ਜਹ ਸਾਧੂ ਗੋਬਿੰਦ ਭਜਨ। ਧਰਮਰਾਜ ਨੇ ਜਮਦੂਤਾਂ ਨੇ ਕਿਹਾ ਵੀ ਜਿੱਥੇ ਸਾਧੂ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਹਨ, ਕੀਰਤਨ ਨਾਨਕ ਨੀਤ, ਨੀਤ ਹੁੰਦਾ ਹਮੇਸ਼ਾ, ਤੇ ਜਿੱਥੇ ਹਮੇਸ਼ਾ ਕੀਰਤਨ ਹੁੰਦਾ ਰਹਿੰਦਾ ਹੈ, ਨਾ ਹੋ ਨਾ ਤੂੰ ਨਹਿ ਛੁਟੈ, ਨਿਕਟ ਨਾ ਜਾਈਓ ਦੂਤ। ਹੇ ਜਮਦੂਤੋ, ਤੁਸੀਂ ਉਸ ਥਾਂ ਦੇ ਨੇੜੇ ਨਹੀਂ ਜਾਣਾ। ਜੇ ਤੁਸੀਂ ਗਏ ਨਾ ਹੋ, ਨਾ ਮੈਂ ਨਾ ਤੂੰ, ਤੇ ਨਾ ਤੂੰ ਛੁਟਕਾਰਾ ਨਹੀਂ ਹੋਣਾ। ਪਰਮਾਤਮਾ ਨੇ ਸਜ਼ਾ ਦੇਣੀ ਹੈ ਕਿ ਜੋ ਤੁਹਾਨੂੰ ਕਿਹਾ ਸੀ ਵੀ ਤੁਸੀਂ ਉੱਥੇ ਨਹੀਂ ਜਾਣਾ, ਤੁਸੀਂ ਕਿਉਂ ਗਏ। ਇਸ ਲਈ ਧਰਮਰਾਜ ਨੇ ਜਮਦੂਤਾਂ ਨੂੰ ਕਹਿ ਦਿੱਤਾ ਕਿ ਜਿੱਥੇ ਭਜਨ ਬੰਦਗੀ ਹੋ ਰਹੀ ਹੈ, ਜਿੱਥੇ ਸਾਧੂ ਭਜਨ ਬੰਦਗੀ ਕਰ ਰਹੇ ਨੇ, ਜਾਂ ਜਿੱਥੇ ਕੀਰਤਨ ਹੋ ਰਿਹਾ, ਪਰਮਾਤਮਾ ਸਿਫਤ ਲਾ ਰਹੀ ਹੈ, ਕਹਿੰਦੇ ਉੱਥੇ ਤੁਸੀਂ ਨਹੀਂ ਜਾਣਾ, ਨਹੀਂ ਤੇ ਸਾਡਾ ਛੁਟਕਾਰਾ ਨਹੀਂ ਹੋਣਾ। ਸੋ ਇਸ ਲਈ ਭਜਨ ਬੰਦਗੀ ਕਰਦੇ ਰਹੋ, ਜਮਦੂਤਾਂ ਨੂੰ ਕੋਈ ਲੈਣਾ ਦੇਣਾ ਨਹੀਂ ਰਹਿੰਦਾ। ਪੌੜੀ ਅਣਾਣ, ਇਹ ਅੱਖਰ ਦੀ ਵਰਤੋਂ ਕੀਤੀ ਹੋਈ ਹੈ। ਅਣਾਣ ਰਣ ਤੇ ਸੀਜੀਐ, ਆਤਮ ਜੀਤੈ ਕੋਏ, ਹਉਮੈ ਅਣ ਸਿਉ ਲਰ ਮਰੈ, ਸੋ ਸੁਭਾਦੂ ਹੋਏ। ਸੁਭਾਦੂ ਇਕੱਠਾ ਸ਼ਬਦ ਹੈ, ਸੂਰਮੇ ਨੂੰ ਕਹਿੰਦੇ ਨੇ, ਸੋ ਸੁਭਾਦੂ ਹੋਏ। ਇਹ ਸੰਸਾਰ ਵੀ ਨਿਕਲਣਾ ਜੰਗ ਦਾ ਮੈਦਾਨ ਹੈ। ਇੱਥੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਸਾਡੀ ਸਾਰੀ ਉਮਰ ਇਹਨਾਂ ਨਾਲ ਲੜਾਈ ਹੁੰਦੀ ਰਹਿੰਦੀ ਹੈ। ਕਿਸੇ ਨੂੰ ਅਸੀਂ ਜਿੱਤ ਲੈਣੇ ਆ, ਕਿਸੇ ਸਾਨੂੰ ਹਰਾ ਦਿੰਦੇ ਨੇ। ਕਹਿੰਦੇ ਇੱਥੇ ਬੁਰਾਈਆਂ ਦੇ ਮੈਦਾਨ ਵਿੱਚ ਸੀਜੇ ਆਂਦਾ ਕਾਮਯਾਬ ਹੋਣਾ। ਉਹੀ ਕਾਮਯਾਬ ਹੁੰਦਾ ਹੈ ਆਤਮ ਜੀਤੈ ਕੋਏ। ਆਤਮ ਦਾ ਮਨ, ਜਿਹੜਾ ਆਪਣੇ ਮਨ ਨੂੰ ਜਿੱਤ ਲੈ, ਜਿਹੜਾ ਮਨ ਨੂੰ ਜਿੱਤ ਲੈ ਨਾ, ਉਹ ਲੜਾਈ ਦੇ ਮੈਦਾਨ 'ਚ ਕਾਮਯਾਬ ਹੁੰਦਾ ਹੈ। ਉਹ ਇਹਨਾਂ ਬੁਰਾਈਆਂ ਤੇ ਫਤਿਹ ਪ੍ਰਾਪਤ ਕਰ ਦਿੰਦਾ ਹੈ। ਹਉਮੈ ਅਣ ਸਿਉ ਲਰ ਮਰੈ, ਸੋ ਸੁਭਾਦੂ ਹੋਏ। ਬਹਾਦਰ ਸੂਰਮਾ ਕੌਣ ਹੈ? ਜਿਹੜਾ ਹਉਮੈ ਨਾਲ ਤੇ ਅਣ ਦਵੈਤ ਭਾਵਨਾ ਨਾਲ ਲੜਦਾ ਹੈ, ਲੜ ਕੇ ਮਰ ਜਾਂਦਾ ਹੈ। ਭਾਵ ਉਹਦੇ ਲਈ ਲੜਦਾ ਰਹਿੰਦਾ ਹੈ। ਹਉਮੈ ਨੂੰ ਮਾਰਨ ਲਈ ਅਤੇ ਅੰਦਰ ਦਵੈਤ ਭਾਵ ਜਿਹੜਾ ਮਾਰਨ ਲਈ ਲੜਦਾ ਰਹਿੰਦਾ, ਉਹਨੂੰ ਕਹਿੰਦੇ ਬਹਾਦਰ ਸੂਰਮਾ ਹੈ। ਉਹ ਸੋ ਸੁਭਾਦੂ ਹੈ, ਉਹ ਬਹਾਦਰ ਸੂਰਮਾ ਹੁੰਦਾ। ਅਸੀਂ ਤਾਂ ਬਹਾਦਰ ਸੂਰਮਾ ਉਹਨੂੰ ਕਹਿੰਦੇ ਜਿਹੜਾ ਦੁਸ਼ਮਣ ਨੂੰ ਮਾਰੇ। ਇਹ ਨਹੀਂ ਪਤਾ ਅੰਦਰ ਹੀ 5 ਦੁਸ਼ਮਣ ਨੇ, ਇਹਨਾਂ ਨੂੰ ਕੋਈ ਨਹੀਂ ਮਾਰਦਾ, ਬਾਹਰਲੇ ਦੁਸ਼ਮਣ ਨਾਲ ਲੜਦੇ ਰਹਿੰਦੇ ਬੰਦੇ। ਮਣੀ ਮਿਟਾਏ ਜੀਵਤ ਭਰੈ, ਗੁਰ ਪੂਰੇ ਉਪਦੇਸ਼, ਮਨੁਆ ਜੀਤੈ ਹਰ ਮਿਲੈ, ਤਿਹ ਸੂਰਤਨ ਵੇਸ। ਮਣੀ ਹੰਕਾਰ ਨੂੰ ਕਹਿੰਦੇ ਨੇ। ਜਿਹੜਾ ਆਪਣੇ ਅੰਦਰੋਂ ਹੰਕਾਰ ਨੂੰ ਮਿਟਾ ਲੈਂਦੇ ਨਾ, ਸਮਝੋ ਤਾਂ ਜਿਉਂਦੇ ਮਰਿਆ ਹੋਇਆ ਹੈ। ਭਾਵ ਦੇ ਅੰਦਰ ਨਿਮਰਤਾ ਆ ਜਾਂਦੀ ਹੈ। ਕਿਵੇਂ ਹੋਏਗਾ ਇਹ? ਗੁਰ ਪੂਰੇ ਉਪਦੇਸ਼, ਪੂਰੇ ਗੁਰੂ ਦੇ ਉਪਦੇਸ਼ ਤੇ ਚੱਲ ਕੇ ਜਿਹੜਾ ਆਪਣੇ ਅੰਦਰੋਂ ਹੰਕਾਰ ਨੂੰ ਮਿਟਾ ਲੈਂਦੇ ਨਾ,
ਸਮਝੋ ਉਹ ਤੇ ਜਿਉਂਦਿਆਂ ਹੀ ਮਰ ਗਿਆ ਹੈ। ਭਾਵ ਉਹਨੇ ਨਿਮਰਤਾ ਧਾਰਨ ਕਰ ਲਈ। ਮਨੁਆ ਜੀਤਾ ਹਰ ਮਿਲੈ। ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਉਹ ਪਰਮਾਤਮਾ ਨੂੰ ਮਿਲ ਪੈਂਦਾ। ਤੇ ਸੂਰਤ ਨਵੇਸ਼, ਸਮਝੋ ਉਸਨੇ ਬਹਾਦਰਾਂ ਵਾਲਾ ਪਹਿਰਾਵਾ ਪਹਿਨਿਆ ਹੋਇਆ ਹੈ। ਸਮਝੋ ਉਸਨੇ ਵੇਸ਼ ਪਹਿਰਾਵੇ ਨੂੰ ਕਹਿੰਦੇ ਨੇ, ਵਰਦੀ ਨੂੰ ਕਹਿੰਦੇ ਨੇ। ਸਮਝੋ ਨੇ ਸੂਰਮੇ ਵਾਲੀ ਬਹਾਦਰ ਵਾਲੀ ਵਰਦੀ ਪਹਿਨੀ ਹੋਈ ਹੈ। ਜਿਹੜਾ ਆਪਣੇ ਮਨ ਨੂੰ ਜਿੱਤ ਕੇ ਹਰ ਮਿਲੇ ਰੱਬ ਨੂੰ ਮਿਲ ਪੈਂਦਾ ਹੈ। ਮਨ ਨੂੰ ਜਿੱਤਿਆ ਕਹਿੰਦਾ ਗੁਰੂ ਦੇ ਉਪਦੇਸ਼ ਤੇ ਚੱਲ ਕੇ। ਨਾ ਕੋ ਜਾਣੈ ਆਪਣੋ ਏਕੈ ਟੇਕ ਆਧਾਰ। ਰਹਿਣ ਦਿਨਸ ਸਿਮਰਤ ਰਹੈ ਸੋ ਪ੍ਰਭੂ ਪੁਰਖ ਅਪਾਰ। ਸੋ ਬਹਾਦਰ ਕੌਣ ਹੈ, ਅਸਲ ਸਥਾਨ ਕੌਣ ਹੈ, ਨਾ ਕੋ ਜਾਣੈ ਆਪਣੋ। ਜਿਹੜਾ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਆਪਣਾ ਸਮਝਦਾ ਹੀ ਨਹੀਂ। ਏਕ ਹੈ ਟੇਕ ਆਧਾਰ, ਜਿਹੜਾ ਇੱਕ ਪਰਮਾਤਮਾ ਦਾ ਹੀ ਓਟ ਆਸਰਾ ਲੈਂਦਾ ਹੈ। ਰਹਿਣ ਦਿਨਸ ਸਿਮਰਤ ਰਹੇ। ਉਹ ਪਰਮਾਤਮਾ ਜੋ ਪੁਰਖ ਹੈ, ਸਭ ਵਿੱਚ ਵਿਰਾਜਮਾਨ ਹੈ, ਅਪਾਰ ਜੋ ਬੇਅੰਤ ਹੈ। ਜਿਹੜਾ ਉਹ ਫਿਰ ਕੀ ਕਰਦਾ, ਸਾਰਾ ਦਿਨ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ। ਕੌਣ? ਏਕ ਹੈ ਟੇਕ ਆਧਾਰ, ਜਿਹਨੇ ਪਰਮਾਤਮਾ ਨੂੰ ਹੀ ਓਟ ਆਸਰਾ ਬਣਾਇਆ ਹੋਇਆ ਹੈ। ਹੋਰ ਕਿਸੇ ਨੂੰ ਆਪਣਾ ਸਮਝਦੇ ਨਹੀਂ, ਓਟ ਆਸਰਾ ਸਮਝਦੇ ਨਹੀਂ। ਉਹਨੂੰ ਪਤਾ ਕਿ ਅੰਤਲੇ ਸਮੇਂ ਕੋਈ ਰਿਸ਼ਤੇਦਾਰ, ਦੋਸਤ, ਮਿੱਤਰ ਸਹਾਇਤਾ ਨਹੀਂ ਕਰ ਸਕਦਾ। ਕੋਈ ਸਾਨੂੰ ਜਮਦੂਤਾਂ ਤੋਂ ਨਹੀਂ ਛੁਡਾ ਸਕਦਾ। ਉਹ ਇੱਕ ਪਰਮਾਤਮਾ ਦਾ ਓਟ ਆਸਰਾ ਹੈ, ਪਰਮਾਤਮਾ ਦਾ ਨਾਮ ਹੈ ਜਿਹੜਾ ਸਾਨੂੰ ਜਮਦੂਤਾਂ ਤੋਂ ਛੁਡਾ ਦਿੰਦਾ ਹੈ। ਇਸ ਲਈ ਇੱਕ ਪਰਮਾਤਮਾ ਨੂੰ ਹੀ ਉਹ ਆਧਾਰ ਬਣਦੇ, ਓਟ ਆਸਰਾ ਬਣਦੇ। ਰੇਨ ਸਗਲ ਇਹ ਮਨ ਕਰੈ, ਏਉ ਕਰਮ ਕਮਾਏ। ਹੁਕਮੈ ਬੂਝੈ ਸਦਾ ਸੁਖ, ਨਾਨਕ ਲਿਖਿਆ। ਰੇਨ ਹੁੰਦੀ ਚਰਨ ਧੂੜ। ਰੇਨ ਸਗਲ ਇਹ ਮਨ ਕਰੈ, ਜਿਹੜਾ ਆਪਣੇ ਮਨ ਨੂੰ ਸਾਰਿਆਂ ਦੀ ਚਰਨ ਧੂੜ ਬਣਾ ਲੈਂਦਾ ਹੈ। ਇਹੋ ਕਰਮ ਕਮਾਏ, ਤੇ ਇਹ ਕਰਮ ਕਰਦਾ ਰਹਿੰਦਾ ਹੈ ਵੀ ਆਪਣੇ ਆਪ ਨੂੰ ਸਾਰੇ ਦੀ ਚਰਨ ਧੂੜ ਬਣਾਉਂਦਾ ਹੈ। ਭਾਵ ਅੰਦਰੋਂ ਹਉਮੈ ਖਤਮ ਕਰਦਾ ਹੈ, ਨਿਮਰਤਾ ਆਪਣੇ 'ਚ ਪੈਦਾ ਕਰਦਾ ਹੈ। ਇਹ ਸਮਝਦਾ ਹੈ ਸਾਰੇ ਲੋਕ ਮੇਰੇ ਤੋਂ ਚੰਗੇ ਹਨ। ਹੁਕਮੈ ਬੂਝੈ ਸਦਾ ਸੁਖ, ਜਿਹੜਾ ਫਿਰ ਪਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ ਹੈ, ਉਹਨੂੰ ਸਦਾ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਉਹਨੂੰ ਹੁੰਦਾ ਹੈ ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ ਹੈ। ਇਹ ਹੈ ਵਿਸ਼ਵਾਸ ਲੈਣਾ ਇਸ ਗੱਲ 'ਤੇ ਕਿ ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ। ਜੇ ਪਰਮਾਤਮਾ ਹੀ ਗਲਤ ਕਰੇ ਤਾਂ ਫਿਰ ਉਹਨੂੰ ਉਹ ਪਰਮਾਤਮਾ ਕਦਾ ਹੋਇਆ? ਅਸੀਂ ਤੁਸੀਂ ਤੇ ਗਲਤ ਕਰ ਸਕਦੇ ਹਾਂ, ਪਰਮਾਤਮਾ ਨਹੀਂ ਨਾ ਗਲਤੀ ਕਰ ਸਕਦਾ। ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ। ਇਸ ਦੇ ਵਿੱਚ ਫਿਰ ਜਿਹੜਾ ਵਿਸ਼ਵਾਸ ਕਰ ਲੈਂਦਾ ਹੈ, ਉਹ ਸਮਝੋ ਉਹਨੇ ਹੁਕਮ ਨੂੰ ਬੁੱਝ ਲਿਆ। ਸਦਾ ਸੁੱਖ, ਉਹਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਲਿਖਿਆ ਪਾਏ, ਅਤੇ ਜੋ ਭਾਗਾਂ 'ਚ ਲਿਖਾ ਕੇ ਲਿਆ ਸੀ ਉਸਨੂੰ ਪ੍ਰਾਪਤ ਹੋ ਜਾਂਦਾ ਹੈ। ਸ਼ਲੋਕ। ਤਨ ਮਨ ਧਨ ਅਰਪਉ ਤਿਸੈ, ਪ੍ਰਭੂ ਮਿਲਾਵੈ ਮੋਹਿ। ਮੋਹਿ ਮੈਨੂੰ ਜਿਹੜਾ ਮੈਨੂੰ ਪਰਮਾਤਮਾ ਮਿਲਾ ਦੇਵੇ, ਮੈਂ ਆਪਣਾ ਤਨ, ਆਪਣਾ ਮਨ, ਆਪਣਾ ਧਨ ਉਸਨੂੰ ਅਰਪਣ ਕਰ ਦੇ ਦੇਣਾ। ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈ। ਕਹਿੰਦੇ ਜਿਹੜਾ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ ਨਾ, ਤਨ ਮਨ ਧਨ ਅਰਪਉ ਤਿਸੈ, ਮੈਂ ਆਪਣਾ ਤਨ, ਆਪਣਾ ਮਨ, ਆਪਣਾ ਧਨ, ਭਾਵ ਸਭ ਕੁਛ ਉਸਦੇ ਅਰਪਣ ਕਰ ਦੇ ਦਿੰਦਾ। ਨਾਨਕ ਭ੍ਰਮ ਪਉ ਕਾਟਿਐ, ਚੁਕੈ ਜਮ ਕੀ ਜੋ। ਜਦੋਂ ਫਿਰ ਪਰਮਾਤਮਾ ਮਿਲ ਜਾਏਗਾ, ਫਿਰ ਭਰਮ ਅੰਦਰੋਂ ਖਤਮ ਹੋ ਜਾਏਗਾ, ਭਉ ਡਰ ਉਹ ਵੀ ਖਤਮ ਹੋ ਜਾਏਗਾ। ਚੁਕੈ ਜਮ ਕੀ ਜੋ, ਤੇ ਜਮਾਂ ਦਾ ਡਰ ਹੈ ਉਹ ਵੀ ਖਤਮ ਹੋ ਜਾਏਗਾ।
ਜੋ ਹੁੰਦਾ ਕਿਸੇ ਨੂੰ ਭੈੜੀ ਭਾਵਨਾ ਨਾਲ ਤੱਕਣਾ ਵੀ ਕਦੋਂ ਮੇਰੇ ਢਿੱਕੇ ਆਵੇ ਮੈਂ ਤਾਂ ਨੁਕਸਾਨ ਕਰਾਂ। ਸੋ ਜਮਾਂ ਦਾ ਡਰ ਖਤਮ ਹੋ ਜਾਂਦਾ ਹੈ, ਭਰਮ ਖਤਮ ਹੋ ਜਾਂਦਾ ਹੈ। ਡਰ ਹਮੇਸ਼ਾ ਭਰਮ ਕਾਰਨ ਹੁੰਦਾ ਹੈ। ਤੇ ਭਰਮ ਕੀ ਹੈ? ਜੋ ਠੀਕ ਹੈ ਉਹ ਗਲਤ ਲੱਗੇ ਤੇ ਜੋ ਗਲਤ ਹੈ ਉਹ ਠੀਕ ਲੱਗੇ, ਇਹ ਭਰਮ ਹੈ। ਜਿਵੇਂ ਗਰਮੀਆਂ ਦੇ ਮੌਸਮ ਵਿੱਚ ਰੇਤਲੇ ਇਲਾਕੇ ਦੇ ਵਿੱਚ ਤੁਸੀਂ ਸਿਖਰ ਦੁਪਹਿਰੇ ਕਿਸੇ ਦਰਖਤ ਹੇਠਾਂ ਬੈਠ ਜਾਓ, ਦੂਰ ਦੇਖੋਗੇ ਤੁਹਾਨੂੰ ਲੱਗੇਗਾ ਕਿ ਧਰਤੀ ਵਿੱਚੋਂ ਹਵਾ ਨਿਕਲ ਰਹੀ ਹੈ ਤੇ ਉਹ ਐਂ ਲੱਗੂ ਪਾਣੀ ਹੈ। ਉਹ ਗਰਮੀ ਦੀ ਭਾਪ ਬਣ ਕੇ ਨਿਕਲ ਰਹੀ ਹੁੰਦੀ ਵਿੱਚੋਂ ਤੇ ਦੂਰੋਂ ਪਾਣੀ ਲੱਗਦਾ। ਇਹ ਭਰਮ ਹੈ। ਪਾਣੀ ਹੈ ਨਹੀਂ ਪਰ ਪਾਣੀ ਲੱਗ ਰਿਹਾ ਹੈ, ਇਹ ਭਰਮ ਹੈ। ਜਿਵੇਂ ਹਿਰਨ ਦੀ ਨਾਭੀ ਧੁਨੀ ਦੇ ਵਿੱਚ ਕਸਤੂਰੀ ਹੁੰਦੀ ਹੈ, ਜਦੋਂ ਕਸਤੂਰੀ ਪੱਕਦੀ ਹੈ ਉਹਨੂੰ ਸੁਗੰਧੀ ਆਉਂਦੀ ਹੈ, ਉਹ ਸਮਝਦਾ ਸੁਗੰਧੀ ਕਿਤੇ ਬਾਹਰੋਂ ਆ ਰਹੀ ਹੈ। ਉਹ ਸੁਗੰਧੀ ਕਿੱਥੋਂ ਆ ਰਹੀ, ਉਧਰ ਕਦੇ ਉਧਰ ਨੂੰ ਭਜਦਾ, ਕਦੇ ਉਧਰ ਨੂੰ ਭਜਦਾ, ਕਦੇ ਉਧਰ ਨੂੰ ਭਜਦਾ, ਇਹ ਵੀ ਭਰਮ ਹੈ। ਸੁਗੰਧੀ ਉਹਦੀ ਧੁਨੀ 'ਚ ਹੈ ਪਰ ਉਹ ਸਮਝਦਾ ਸੁਗੰਧੀ ਬਾਹਰੋਂ ਆ ਰਹੀ ਹੈ, ਇਹਨੂੰ ਭਰਮ ਕਹਿੰਦੇ। ਸੋ ਭਰਮ ਖਤਮ ਹੋ ਜਾਂਦਾ ਅੰਦਰੋਂ, ਭਰਮ ਖਤਮ ਹੋ, ਡਰ ਆਪੇ ਹੀ ਖਤਮ ਹੋ ਜਾਂਦਾ, ਜਮ ਦਾ ਡਰ ਵੀ ਖਤਮ ਹੋ ਜਾਂਦਾ। ਤੱਤਾ ਤਾਸਿਓ ਪ੍ਰੀਤ ਕਰ, ਗੁਣ ਨਿਧ ਗੋਬਿੰਦ ਰਾਏ। ਤਾਸਿਓ ਹਿੰਦੀ ਦਾ ਸ਼ਬਦ ਹੈ, ਇਹਨੂੰ ਤਾਂ ਸਿਓ ਨਹੀਂ ਪੜ੍ਹ ਦੇਣਾ, ਜਾਂ ਕਾ ਨਹੀਂ ਪੜ੍ਹ ਦੇਣਾ, ਤਾਂ ਕਾ ਨਹੀਂ ਪੜ੍ਹਨਾ। 99% ਕਥਾਕਾਰ ਕੀਰਤਨੀ ਪਾਠੀ ਤਾਂ ਕਾ ਜਾਂ ਕਾ ਕਹਿੰਦੇ, ਕਿਉਂਕਿ ਸਾਨੂੰ ਹਿੰਦੀ ਨਹੀਂ ਆਉਂਦੀ, ਬੜੀ ਸਮੱਸਿਆ ਹੈ। ਪੰਜਾਬ ਦੇ ਲੋਕਾਂ ਦੇ ਪੰਜਾਬੀ ਨਹੀਂ ਚੱਜ ਨਾਲ ਆਉਂਦੀ ਹੈਗੀ, ਹਿੰਦੀ ਤਾਂ ਕੀ ਹੋਣੀ ਹੈ। ਹਿੰਦੀ ਨਾ ਹੋਣ ਕਰਕੇ ਸਾਨੂੰ ਪਤਾ ਹੀ ਨਹੀਂ ਵੀ ਜਾ ਕਾ ਹੁੰਦਾ ਕਿ ਜਾਂ ਕਾ ਹੁੰਦਾ। ਪਰ ਇੱਕ ਨੇ ਜਾਂ ਕਾ ਕਹਿਤਾ, ਦੂਜੇ ਨੇ ਕਹਿਤਾ, ਤੀਜੇ ਨੇ ਕਹਿਤਾ, ਚੌਥੇ ਨੇ ਕਹਿਤਾ, ਪੰਜਵੇਂ ਨੇ ਕਹਿਤਾ। ਕੋਈ ਆਪਣਾ ਦਿਮਾਗ ਹੀ ਨਹੀਂ ਲੱਗਦਾ, ਕੋਈ ਡਿਕਸ਼ਨਰੀ ਫਰੋਲ ਕੇ ਨਹੀਂ ਵੇਖਦਾ। ਭੇੜ ਚਾਲ ਵਾਂਗੂ ਅੱਗੇ ਅੱਗੇ ਬੰਦਾ ਤੁਰਿਆ ਜਾਂਦਾ। ਤਾ ਸਿਉ ਉਸ ਨਾਲ, ਸਿਉ ਦੇ ਨਾਲ, ਤੱਤਾ ਤਾਂ ਅੱਖਰ ਦੀ ਵਰਤੋਂ ਕੀਤੀ ਗਈ। ਤੱਤਾ ਤਾਸਿਓ ਪ੍ਰੀਤ ਕਰ, ਗੁਣ ਨਿਧ ਗੋਬਿੰਦ ਰਾਏ। ਪਰਮਾਤਮਾ ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਨਿਧ ਖਜ਼ਾਨਾ, ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ, ਕਹਿੰਦੇ ਉਹਦੇ ਨਾਲ ਪਿਆਰ ਕਰ, ਉਹਨੂੰ ਪਿਆਰ ਕਰ। ਫਿਰ ਕੀ ਹੋਏਗਾ? ਆਪੇ ਪ੍ਰਸ਼ਨ ਕਰ ਲਈ ਜਾਂਦਾ, ਤਾਂ ਜੋ ਤੁਹਾਨੂੰ ਉਹਦੇ ਉੱਤਰ ਦਾ ਗਿਆਨ ਹੋ ਜਾਏ। ਕਹਿੰਦੇ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ, ਉਸ ਨਾਲ ਪਿਆਰ ਕਰ, ਉਹਨੂੰ ਪ੍ਰੀਤ ਕਰ। ਫਲ ਭਾਵੇਂ ਮਨ ਬਾਂਝਤੇ, ਬਾਂਝਤੇ ਹੁੰਦਾ ਚਾਹੁਣਾ। ਜਿਹੜੇ ਫਲ ਤੂੰ ਮਨ 'ਚ ਚਾਹੁੰਦੇ ਨੇ ਉਹ ਤੈਨੂੰ ਮਿਲ ਜਾਣਗੇ। ਇੱਥੇ ਫਲ ਤੋਂ ਮਤਲਬ ਕੋਈ ਸੇਬ ਸੰਤਰੇ ਤੋਂ ਨਹੀਂ ਲੈ ਲੈਣਾ, ਵੀ ਜੋ ਤੁਹਾਡੇ ਮਨ ਦੀ ਇੱਛਾ ਹੈ ਉਹ ਪੂਰੀ ਹੋ ਜਾਏਗੀ। ਤਪਤ ਤੁਹਾਰੀ ਜਾਏ। ਹੁਣ ਜਦੋਂ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਉਹ ਮਿਲ ਨਹੀਂ ਰਹੀ, ਮਨ ਦੁਖੀ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਜਿਹੜੀ ਮਨ ਦੀ ਤਪਸ਼ ਹੈ ਉਹ ਤੁਹਾਡੀ ਖਤਮ ਹੋ ਜਾਏਗੀ, ਕਿਉਂਕਿ ਜੋ ਤੁਸੀਂ ਚਾਹੁੰਦੇ ਸੀ ਉਹ ਤੁਹਾਨੂੰ ਮਿਲ ਜਾਏਗਾ। ਮਿਲਿਆ ਕਿਵੇਂ? ਪਰਮਾਤਮਾ ਦੇ ਗੁਣ ਗਾ ਕੇ, ਪਰਮਾਤਮਾ ਨੂੰ ਪਿਆਰ ਕਰਕੇ, ਪਰਮਾਤਮਾ ਦਾ ਸਿਮਰਨ ਕਰਕੇ। ਸਿਮਰਨ ਕਰਕੇ ਹੀ ਸਭ ਕੁਛ ਮਿਲਣਾ ਹੈ, ਬਾਣੀ ਪੜ੍ਹ ਕੇ ਹੀ ਸਭ ਕੁਛ ਮਿਲਣਾ। ਬਸ ਬਾਕੀ ਤਾਂ ਫਜ਼ੂਲ ਦੇ ਵਿੱਚ ਧੱਕੇ ਖਾਣੇ, ਕਦੇ ਕਿਤੇ ਕਦੇ ਕਿਤੇ, ਕੁਛ ਨਹੀਂ ਬਣਦਾ। ਬਾਣੀ ਪੜ੍ਹੋ, ਨਾਮ ਜਪੋ, ਸਭ ਕੁਛ ਆਪ ਸਮਾਂ ਪਾ ਕੇ ਠੀਕ ਹੋ ਜਾਏਗਾ। ਤਰਾਸ ਮਿਟੇ ਜਮ ਪੰਥ ਕੀ, ਜਾਤ ਬਸੈ ਮਨ ਨੋ। ਤਰਾਸ ਮਿਟੇ ਜਮ ਪੰਥ ਕੀ, ਜਾਸ ਬਸੈ ਮਨ ਨੋ। ਜਿਹਦੇ ਮਨ ਦੇ ਵਿੱਚ ਨਾਮ ਵਸ ਜਾਂਦਾ ਨਾ, ਤਰਾਸ ਹੁੰਦਾ ਡਰ, ਪੰਥ ਹੁੰਦਾ ਰਸਤਾ। ਬੰਦਾ ਡਰਦਾ ਵੀ ਜਮਦੂਤਾਂ ਦੇ ਰਾਹ 'ਤੇ ਜਾਣਾ ਪੈਣਾ ਮਰਨ ਤੋਂ ਬਾਅਦ, ਉਹ ਜਿਹੜਾ ਡਰ ਹੈ ਉਹ ਖਤਮ ਹੋ ਜਾਂਦਾ। ਕਿਹਦਾ?
ਜਾਸ ਜਿਸ ਦਾ, ਜਾਸ ਵਸੈ ਮਨੋ, ਜਿਸ ਦੇ ਮਨ 'ਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹ ਜਮਾਂ ਦਾ ਡਰ ਦਾ ਰਸਤਾ ਉਹਦੇ ਅੰਦਰੋਂ ਖਤਮ ਹੋ ਜਾਂਦਾ। ਕਿਉਂਕਿ ਨਾਮ ਜਪਣ ਵਾਲੇ ਨੂੰ ਜਮ ਲੈਣ ਹੀ ਨਹੀਂ ਆਉਂਦੇ, ਨਾ ਲੈਣ ਆਉਣ ਅਤੇ ਨਾ ਸਾਨੂੰ ਜਮਦੂਤਾਂ ਦੇ ਰਾਹ 'ਤੇ ਚੜ੍ਹਨਾ ਪਵੇ। ਨਾਮ ਜਪੀ ਜੀ ਤਾਂ ਜਿੰਨਾ ਸਮਾਂ ਮਿਲੇ। ਹੋਰ ਕੀ ਹੋਏਗਾ? ਗਤ ਭਾਵੇਂ ਮਤ ਹੋਏ ਪ੍ਰਗਾਸ, ਮਹਿਲੀ ਭਾਵੇਂ ਠਾਉ। ਤੇਰੀ ਮੁਕਤੀ ਹੋ ਜਾਏਗੀ। ਮਤ ਹੋਏ ਪ੍ਰਗਾਸ, ਤੇਰੇ ਮਨ 'ਚ ਗਿਆਨ ਦਾ ਪ੍ਰਕਾਸ਼ ਹੋ ਜਾਏਗਾ। ਮਹਿਲੀ ਪਾਵੇਂ ਠਾਉ, ਪਰਮਾਤਮਾ ਦੇ ਮਹਿਲ ਵਿੱਚ ਤੈਨੂੰ ਰਹਿਣ ਨੂੰ ਥਾਂ ਮਿਲ ਜਾਏਗੀ। ਦੇਖੋ ਕਿੰਨਾ ਕੁਛ ਮਿਲੂਗਾ। ਨਾਮ ਜਪਣਾ, ਰੱਬ ਨੂੰ ਪਿਆਰ ਕਰਨਾ। ਸੋ ਕਹਿੰਦੇ ਜਿਹਦੇ ਮਨ 'ਚ ਪਰਮਾਤਮਾ ਦਾ ਨਾਮ ਵਸ ਜਾਂਦਾ ਨਾ, ਜਮਾਂ ਦੇ ਰਾਹ ਦਾ ਡਰ ਉਹਦੇ ਅੰਦਰੋਂ ਖਤਮ ਹੋ ਜਾਂਦਾ ਹੈ। ਉਹਨੂੰ ਗਤੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਮਰਨ ਤੋਂ ਬਾਅਦ ਪਰਮਾਤਮਾ ਦੇ ਮਹਿਲ ਵਿੱਚ ਉਸਨੂੰ ਰਹਿਣ ਨੂੰ ਥਾਂ ਮਿਲ ਜਾਂਦੀ ਹੈ। ਤਰਾਸ ਮਿਟੈ ਜਮ ਪੰਥ ਕੀ, ਤਰਾਸ ਮਿਟੈ ਜਮ ਪੰਥ ਕੀ, ਤਰਾਸ ਮਿਟੈ ਜਮ ਪੰਥ ਕੀ, ਤਰਾਸ ਮਿਟੈ ਜਮ ਪੰਥ ਕੀ। ਜਾਸ ਬਸੈ ਮਨ ਨਾਉ, ਜਾਸ ਬਸੈ ਮਨ ਨਾਉ, ਜਾਸ ਬਸੈ ਮਨ ਨਾਉ, ਜਾਸ ਬਸੈ ਮਨ ਨਾਉ। ਗਤ ਭਾਵੇਂ ਮਤ ਹੋਏ ਪਰਗਾਸ, ਗਤ ਭਾਵੇਂ ਮਨ ਮਤ ਹੋਏ ਪਰਗਾਸ, ਗਤ ਭਾਵੇਂ ਮਤ ਹੋਏ ਪਰਗਾਸ, ਗਤ ਭਾਵੇਂ ਮਤ ਹੋਏ ਪਰਗਾਸ। ਮਹਿਲੀ ਭਾਵੇਂ ਠਾਉ, ਮਹਿਲੀ ਭਾਵੇਂ ਠਾਉ, ਮਹਿਲੀ ਭਾਵੇਂ ਠਾਉ, ਮਹਿਲੀ ਭਾਵੇਂ ਠਾਉ। ਅੱਗੇ ਕਹਿੰਦੇ ਤਾਹੂ ਸੰਗ ਨਾ ਧਨ ਚੱਲੈ, ਗ੍ਰਹਿ ਜੋਬਨ ਨਹ ਰਾਜ। ਸੰਤ ਸੰਗ ਸਿਮਰਤ ਰਹੋ, ਇਹ ਤੁਹਾਰਾ ਕਾਜ। ਤਾਹੂ ਸੰਗ ਨਾ ਧਨ ਚੱਲੈ, ਹੇ ਇਨਸਾਨ ਤੇਰੇ ਨਾਲ ਨਾ ਤੇ ਧਨ ਜਾਣਾ, ਗ੍ਰਹਿ ਨਾ ਇਸ ਘਰ ਨਹੀਂ ਜਾਣਾ ਹੈ। ਇਹਨੂੰ ਗ੍ਰਹਿ ਨਹੀਂ ਕਹਿਣਾ ਵੀ ਦੂਜੇ ਗ੍ਰਹਿ ਕਹਿੰਦੇ ਗ੍ਰਹਿ ਹੋ ਗਿਆ। ਮੈਂ ਤੁਹਾਨੂੰ ਕਹਿੰਦਾ ਪੰਜਾਬ ਦੇ ਲੋਕ ਹਿੰਦੀ ਨਹੀਂ ਆਉਂਦੇ। ਪੰਜਾਬ ਦੇ ਲੋਕਾਂ ਤਾਂ ਪੰਜਾਬੀ ਪੜ੍ਹਦੇ ਨਹੀਂ, ਹੁਣ ਪੜ੍ਹਦੇ ਹੀ ਇਹ। ਉਹਨਾਂ ਨੂੰ ਇਹੀ ਨਹੀਂ ਪਤਾ ਵੀ ਗੱਗੇ ਦੇ ਨੂੰ ਜਿਹੜੀ ਸਿਹਾਰੀ ਲੱਗੀ ਹੈ, ਗੱਗੇ ਨੂੰ ਬੋਲੇਗੀ ਰਾਰੇ ਨੂੰ ਬੋਲੇਗੀ, ਆਹੀ ਨਹੀਂ ਪਤਾ। ਅਤੇ ਸ਼ੁੱਧ ਕਿਵੇਂ ਪੜ੍ਹਿਆ ਜਾਏਗਾ? ਅਤੇ ਜਿਹਨੂੰ ਇਹ ਗਿਆਨ ਹੈ ਕਿ ਜਿਹੜੀ ਗੱਗੇ ਨੂੰ ਸਿਹਾਰੀ ਲੱਗੀ ਹੋਈ ਹੈ, ਇਹ ਪੈਰ ਜਿਹੜਾ ਰਾਰਾ ਉਹਦੇ ਨਾਲ ਬੋਲੇਗੀ, ਤਾਂ ਫਿਰ ਕੀ ਬਣ ਗਿਆ? ਗੱਗਾ ਰਾਰੇ ਨੂੰ ਸਿਹਾਰੀ, ਆਹ ਕੀ ਬਣ ਗਿਆ? ਗ੍ਰਹਿ। ਪਰ 99.99% ਲੋਕ ਗ੍ਰਹਿ ਕਹਿੰਦੇ ਨੇ। ਭੇਡ ਚਾਲਣ, ਇੱਕ ਨੇ ਕਹਿੰਦਾ, ਦੂਜੇ ਨੇ ਕਹਿੰਦਾ, ਤੀਜੇ ਨੇ ਕਹਿੰਦਾ, ਚੌਥੇ ਨੇ ਕਹਿੰਦਾ। ਫਿਰ ਵੋਟਾਂ ਬਹੁਤੀਆਂ ਹੋ ਗਈਆਂ। ਬਸ ਠੀਕ ਹੈ, ਹੋ ਗਏ ਪ੍ਰਚਲਿਤ ਵੋਟਾਂ ਦਾ ਰਾਜ ਹੈ। ਗਿਆਨ ਮੈਂ ਕਈ ਵਾਰ ਸੋਚਦਾ ਵੀ ਜਾਂ ਤਾਂ ਪੰਜਾਬ ਦੇ ਲੋਕਾਂ ਨੂੰ ਦਿਸਦਾ ਨਹੀਂ, ਇੰਨੇ ਨਹੀਂ, ਅਤੇ ਜਾਂ ਫਿਰ ਇਹਨੂੰ ਪੜ੍ਹਨਾ ਨਹੀਂ ਆਉਂਦਾ। ਉਹੀ ਹੈ ਵੀ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਤਾਂ ਹੀ ਗ੍ਰਹਿ ਕਹਿੰਦੇ ਪੜ੍ਹਨੀ ਨਹੀਂ ਆਉਂਦੀ। ਸਾਹਮਣੇ ਲਿਖਿਆ ਹੋਇਆ। ਫਿਰ ਇਹ ਪਾਰਟੀ ਫਿਰ ਗ੍ਰਹਿ ਕਹਿੰਦੇ, ਇੱਥੇ ਸਿਖਾ ਕੇ ਤੋਰਦੇ। ਤੁਸੀਂ ਵੀ ਜੇ ਪਾਠ ਘਰ ਜਾ ਕਰੋ ਫਿਰ ਕਹੋਗੇ ਗ੍ਰਹਿ। ਤੁਸੀਂ ਗ੍ਰਹਿ ਕਰੋ, ਕੋਈ ਨਹੀਂ ਕਹਿਣਾ। ਜੇ ਤੁਸੀਂ ਸਹਿਜ ਪੜ੍ਹ ਕੇ ਫਿਰ ਕਹੋਗੇ ਗ੍ਰਹਿ, ਮੇਰੀ ਤਾਂ ਗੱਲ ਹੀ ਭੁੱਲ ਜਾਣੀ। ਤੁਸੀਂ ਵਿਹਲੇ ਹੋ ਜਾਣਾ ਜੇ ਤੁਹਾਨੂੰ ਪੰਜਾਬੀ ਨਹੀਂ ਪੜ੍ਹਨੀ। ਇਹ ਤੁਸੀਂ ਆਪਣਾ ਦੇਖ ਲਓ। ਜੇ ਤੁਸੀਂ ਸਮਝਦੇ ਮੈਨੂੰ ਪੰਜਾਬੀ ਆਉਂਦੀ ਫਿਰ ਅੰਨੇ ਨਹੀਂ ਬਣਨਾ, ਫਿਰ ਸੁਜਾਗ ਕੇ ਰਹਿਣਾ। ਜਾਂ ਕਦੇ ਮੈਨੂੰ ਤਾਂ ਆਉਂਦੀ ਨਹੀਂ, ਗੱਲ ਖਤਮ ਹੋ ਗਈ। ਤਾਹੂ ਸੰਗ ਨਾ ਧਨ ਚੱਲੈ, ਗ੍ਰਹਿ ਜੋਬਨ ਨਹ ਰਾਜ। ਹੇ ਇਨਸਾਨ ਤੇਰੇ ਨਾਲ ਨਾ ਧਨ ਜਾਣਾ, ਗ੍ਰਹਿ ਨਾ ਘਰ ਜਾਣਾ, ਜੋਬਨ ਨਾ ਜਵਾਨੀ ਨੇ ਜਾਣਾ, ਨਾ ਰਾਜ ਤੇ ਨਾ ਰਾਜ ਨੇ ਜਾਣਾ। ਇਸ ਲਈ ਕੀ ਕਰ? ਸੰਤ ਸੰਗ ਸਿਮਰਤ ਰਹੋ।
ਸੰਤਾਂ ਦੀ ਸੰਗਤ 'ਚ ਆ ਕੇ, ਸਤ ਸੰਗਤ ਦੇ ਵਿੱਚ ਆ ਕੇ ਪਰਮਾਤਮਾ ਦਾ ਸਿਮਰਨ ਕਰਦੇ ਰਹੋ। ਇਹ ਹੈ ਤੁਹਾਰਾ ਕਾਜ, ਇਹੀ ਤੁਹਾਡੇ ਕੰਮ ਹੋਣਾ। ਇਹ ਸਿਮਰਨ ਹੀ ਕਦੇ ਤੁਹਾਡੇ ਕੰਮ ਹੋਣਾ। ਸੰਸਾਰ ਦੀ ਕੋਈ ਚੀਜ਼ ਤੁਹਾਡੇ ਨਾਲ ਨਹੀਂ ਜਾਣੀ। ਇਸ ਲਈ ਸੰਤਾਂ ਦੀ ਸੰਗਤ 'ਚ ਆ ਕੇ, ਭਾਵ ਸਤ ਸੰਗਤ 'ਚ ਆ ਕੇ ਪਰਮਾਤਮਾ ਦਾ ਸਿਮਰਨ ਕਰਦੇ ਰਹੋ। ਤਾਹੂ ਸੰਗ ਨ ਧਨ ਚਲੈ, ਤਾਹੂ ਸੰਗ ਨ ਧਨ ਚਲੈ, ਤਾਹੂ ਸੰਗ ਨ ਧਨ ਚਲੈ, ਤਾਹੂ ਸੰਗ ਨ ਧਨ ਚਲੈ। ਇਹ ਖਿਆਲ ਕਰ, ਤਾਹੂ ਪੜ੍ਹਨਾ। ਤਾਹੂ, ਜਾਹੂ, ਕਾਹੂ ਤਿੰਨ ਸ਼ਬਦ ਨੇ। ਇਸ ਤਰ੍ਹਾਂ ਬਿਨਾਂ ਟਿੱਪੀ ਤੇ ਪੜ੍ਹਨਾ। ਤਾਹੂ, ਜਾਹੂ, ਕਾਹੂ। ਤਾਹੂ ਸੰਗ ਨ ਧਨ ਚਲੈ, ਤਾਹੂ ਸੰਗ ਨ ਧਨ ਚਲੈ, ਤਾਹੂ ਸੰਗ ਨ ਧਨ ਚਲੈ, ਤਾਹੂ ਸੰਗ ਨ ਧਨ ਚਲੈ। ਗ੍ਰਹਿ ਜੋਬਨ ਨ ਰਾਜ, ਗ੍ਰਹਿ ਜੋਬਨ ਨ ਰਾਜ, ਗ੍ਰਹਿ ਜੋਬਨ ਨ ਰਾਜ, ਗ੍ਰਹਿ ਜੋਬਨ ਨ ਰਾਜ। ਸੰਤ ਸੰਗ ਸਿਮਰਤ ਰਹੋ, ਸੰਤ ਸੰਗ ਸਿਮਰਤ ਰਹੋ, ਸੰਤ ਸੰਗ ਸਿਮਰਤ ਰਹੋ, ਸੰਤ ਸੰਗ ਸਿਮਰਤ ਰਹੋ। ਇਹ ਹੈ ਤੁਹਾਰੇ ਕਾਜ, ਇਹ ਹੈ ਤੁਹਾਰੇ ਕਾਜ, ਇਹ ਹੈ ਤੁਹਾਰੇ ਕਾਜ, ਇਹ ਹੈ ਤੁਹਾਰੇ ਕਾਜ। ਅੱਗੇ ਕਹਿੰਦੇ ਨੇ, ਤਾਤਾ ਕਛੂ ਨ ਹੋਈ ਹੈ, ਜੋ ਤਾਪ ਨਿਵਾਰੈ ਆਪ, ਪ੍ਰਤਿਪਾਲੈ ਨਾਨਕ ਹਮੇ ਆਪੈ ਮਾਈ ਬਾਪ। ਕਹਿੰਦੇ ਜਦੋਂ ਪਰਮਾਤਮਾ ਤਾਪ, ਕਹਿੰਦੇ ਦੁੱਖ ਨੂੰ, ਤੀਨੇ ਤਾਪ ਨਿਵਾਰਨ ਹਾਰਾ, ਤਿੰਨ ਪ੍ਰਕਾਰ ਦੇ ਦੁੱਖ ਗਿਣੇ ਗਏ ਨੇ। ਮਾਨਸਿਕ ਦੁੱਖ, ਸਰੀਰਕ ਦੁੱਖ, ਆਰਥਿਕ ਦੁੱਖ। ਕਈ ਵਾਰੀ ਮਨ ਦੁਖੀ ਹੁੰਦਾ, ਕਈ ਵਾਰੀ ਸਰੀਰ ਦੁਖੀ ਹੁੰਦਾ, ਕਈ ਵਾਰੀ ਧਨ ਦਾ ਘਾਟਾ ਪੈ ਜਾਂਦਾ ਹੈ। ਗੜੇ ਪੈ ਗਏ, ਫਸਲ ਬਰਬਾਦ ਹੋ ਗਈ, ਧਨ ਦਾ ਨੁਕਸਾਨ ਹੋ ਗਿਆ। ਭੁਚਾਲ ਆ ਗਿਆ, ਬਿਲਡਿੰਗਾਂ ਡਿੱਗ ਪਈਆਂ, ਧਨ ਦਾ ਨੁਕਸਾਨ ਹੋ ਗਿਆ। ਇਹ ਵੀ ਤੀਜਾ ਦੁੱਖ ਗਿਣੇ ਗਏ। ਹਿੰਦੀ ਵਾਲੇ ਸਿਰ ਕਹਿੰਦੇ ਆਦਿ, ਵਿਆਧੀ, ਉਪਾਧੀ। ਮਾਨਸਿਕ ਦੁੱਖ ਨੇ, ਸਰੀਰਕ ਦੁੱਖ ਨੇ, ਅਤੇ ਅਚਾਨਕ ਜਿਹੜੇ ਵਿਪਤਾਵਾਂ ਪੈਂਦੀਆਂ ਉਹਦੇ ਦੁੱਖ ਨੇ। ਜਦੋਂ ਪਰਮਾਤਮਾ ਇਹ ਤਿੰਨੋਂ ਦੁੱਖ ਹੀ ਕਿਸੇ ਦੇ ਦੂਰ ਕਰਦੇ, ਤਾਤਾ ਕਛੂ ਨਾ ਹੋਈ, ਉਹਨੂੰ ਕਿਸੇ ਦਾ ਸਾੜਾ ਹੀ ਨਹੀਂ ਹੁੰਦਾ। ਤਾਤਾ ਮੈਨੂੰ ਸਾੜਾ, ਵਿਸਰ ਗਈ ਸਭ ਦਾਤ ਪਰਾਏ। ਕਈ ਵਾਰੀ ਸਾੜਾ ਹੁੰਦਾ ਮਨੁੱਖ ਨੂੰ, ਜਿਹਨਾਂ ਨੂੰ ਸਾੜਾ ਹੁੰਦਾ ਹੈ ਉਹੀ ਟੂਣੇ ਕਰਦੇ ਨੇ। ਜਿਹਦੇ ਨਾਲ ਸਾੜਾ ਹੁੰਦਾ ਵੀ, ਇਹਦਾ ਕਿਸੇ ਤਰ੍ਹਾਂ ਨੁਕਸਾਨ ਕਰੋ। ਆਪ ਦੀ ਤਰੱਕੀ ਕਰ ਨਹੀਂ ਸਕਦੇ, ਉਹਨੂੰ ਤਰੱਕੀ ਕਰਦਿਆਂ ਵੇਖ ਨਹੀਂ ਸਕਦੇ। ਇਹ ਨਹੀਂ ਕਿ ਉਸ ਤੋਂ ਪ੍ਰੇਰਨਾ ਲਓ ਵੀ ਨਹੀਂ। ਜੇ ਤਾਂ ਉਹਨੇ ਮਾੜੇ ਢੰਗ ਨਾਲ ਤਰੱਕੀ ਕੀਤੀ ਹੈ ਤਾਂ ਉਹਦੀ ਨਕਲ ਕਰਨ ਦੀ ਲੋੜ ਨਹੀਂ। ਪਤਾ ਵੀ ਇਹ ਰਿਸ਼ਵਤਾਂ ਲੈ ਲੈ ਕੇ ਇੰਨਾ ਅਮੀਰ ਹੋ ਗਿਆ, ਉਹ ਤਾਂ ਕੋਈ ਫਾਇਦਾ ਹੀ ਨਹੀਂ। ਉਹਦੇ ਹੁਣ ਤੱਕ ਕੰਸਲਟ ਕਰਨ ਦੀ ਲੋੜ ਹੀ ਨਹੀਂ। ਜਿਹੜਾ ਤੁਹਾਡੇ ਵਰਗਾ ਹੀ ਸੀ, ਤੁਹਾਡੇ ਵਿੱਚੋਂ ਹੀ ਉੱਠ ਕੇ ਤਰੱਕੀ ਕਰ ਗਿਆ ਹੈ, ਉਸ ਤੋਂ ਗਾਈਡੈਂਸ ਲਈ ਜਾ ਸਕਦੀ ਹੈ ਕਿ ਤੂੰ ਵੀ ਕਿਵੇਂ ਤਰੱਕੀ ਕੀਤੀ, ਸਾਨੂੰ ਵੀ ਢੰਗ ਤਰੀਕਾ ਦੱਸ ਦੇ। ਉਸ ਤੋਂ ਗਾਈਡੈਂਸ ਲਈ ਜਾ ਸਕਦੀ। ਸਾੜਾ ਨਹੀਂ ਕਰਨਾ ਚਾਹੀਦਾ। ਜਦੋਂ ਪਰਮਾਤਮਾ ਤਿੰਨੋਂ ਤਾਪ ਹੀ ਦੂਰ ਕਰ ਦਿੰਦਾ ਹੈ, ਫਿਰ ਕਿਸੇ ਨਾਲ ਸਾੜਾ ਰਹਿੰਦਾ ਨਹੀਂ। ਤਾਤਾ ਕੁਛ ਨਾ ਹੋਵੇ, ਦਿਲ ਸੜਦਾ ਹੀ ਨਹੀਂ ਹੈਗਾ, ਕਿਉਂ? ਉਹਨੂੰ ਗਿਆਨ ਹੋ ਜਾਂਦਾ ਹੈ। ਪ੍ਰਤਪਾਲੈ ਨਾਨਕ ਹਮੇ ਆਪੇ ਮਾਈ ਬਾਪ। ਪਰਮਾਤਮਾ ਸਾਡੀ ਮਾਂ ਤੇ ਬਾਪ ਬਣ ਕੇ ਸਾਨੂੰ ਸਾਡੀ ਪਾਲਣਾ ਪੋਸ਼ਣਾ ਕਰਦਾ। ਕਿਉਂਕਿ ਜੇ ਤੁਸੀਂ ਨਾਮ ਜਪੀ ਜਾਓਗੇ, ਜਪੀ ਜਾਓਗੇ, ਜਪੀ ਜਾਓਗੇ, ਫਿਰ ਸਾਰੀ ਚਿੰਤਾ ਪਰਮਾਤਮਾ ਨੂੰ ਹੋ ਜਾਂਦੀ ਹੈ। ਤੁਹਾਡੇ ਖਾਣ ਪੀਣ ਦੀ, ਤੁਹਾਡੇ ਪਹਿਨਣ ਦੀ, ਸਭ ਕੁਝ ਚਿੰਤਾ ਉਸ ਨੂੰ ਹੁੰਦੀ ਹੈ।
ਉਹਨੇ ਸਿੱਧਾ ਤੇ ਕੁਛ ਕਰਨਾ ਨਹੀਂ ਹੁੰਦਾ, ਉਹ ਸਾਡੀ ਸਹਾਇਤਾ ਲਈ ਫਿਰ ਬੰਦੇ ਭੇਜ ਦਿੰਦਾ ਫਿਰ, ਜਿਹੜੇ ਆ ਕੇ ਸਾਡੇ ਬਿਨਾਂ ਮੰਗਿਆ ਹੀ ਸਾਡੀ ਸਹਾਇਤਾ ਕਰਨ ਨੂੰ ਤਿਆਰ ਹੋ ਜਾਂਦੇ ਹਨ। ਸੋ ਇਸ ਲਈ ਉਹ ਜਿਹੜਾ ਆਪਣੇ ਸਮਝਦੇ ਪਰਮਾਤਮਾ ਸਾਡੀ ਮਾਂ ਹੈ, ਪਰਮਾਤਮਾ ਸਾਡਾ ਪਿਤਾ ਹੈ, ਉਹੀ ਸਾਨੂੰ ਪਾਲ ਰਿਹਾ ਹੈ। ਸ਼ਲੋਕ ਥਾਕੇ ਬਹੁਵਿਧ ਘਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਸ, ਸੰਚ ਸੰਚ ਸਾਕਤ ਮੂਏ, ਨਾਨਕ ਮਾਇਆ ਨ ਸਾਥ। ਕਾਲ ਬਹੁਵਿਧ ਕਾਲ ਤੇ ਕਈ ਤਰੀਕਿਆਂ ਨਾਲ ਘਾਲਣਾ, ਘਾਲ ਕਰ ਕੇ ਥੱਕ ਗਏ। ਤ੍ਰਿਪਤ ਨਾ ਤ੍ਰਿਸ਼ਨਾ ਲਾਸ, ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਸਿਰ ਮਨ ਦੀ ਤ੍ਰਿਪਤੀ ਨਹੀਂ ਹੁੰਦੀ, ਮਨ ਨੂੰ ਰੱਜ ਨਹੀਂ ਹੁੰਦਾ। ਮਾਇਆ ਦੀ ਖਾਤਰ ਬੜੀ ਘਾਲਣਾ ਘਾਲੀ, ਪਰ ਮਾਇਆ ਹੋਰ ਹੋਵੇ ਇਹ ਤ੍ਰਿਸ਼ਨਾ ਖਤਮ ਨਹੀਂ ਹੋਈ, ਇਸ ਲਈ ਤ੍ਰਿਪਤੀ ਨਹੀਂ ਹੁੰਦੀ, ਮਨ ਸੰਤੁਸ਼ਟ ਨਹੀਂ ਹੁੰਦਾ। ਸੰਚ ਸੰਚ ਸਾਕਤ ਮੂਏ, ਮਾਇਆ ਇਕੱਠੀ ਕਰ ਕਰਕੇ ਨਾਸਤਕ ਮਰ ਗਏ। ਨਾਨਕ ਮਾਇਆ ਨਾ ਸਾਧ, ਪਰ ਮਾਇਆ ਉਹਨਾਂ ਦੇ ਨਾਲ ਗਈ ਨਹੀਂ ਹੈ। ਜੋ ਇਕੱਠਾ ਕਰਨਾ ਸੀ ਉਹ ਕੀਤਾ ਨਹੀਂ, ਜੋ ਨਹੀਂ ਸੀ ਇਕੱਠਾ ਕਰਨਾ, ਜਿਹਨੂੰ ਸਿਰਫ ਵਰਤਣਾ ਸੀ, ਉਸ ਦੇ ਇਨਸਾਨ ਨੂੰ ਇਕੱਠਾ ਕਰਨ ਤੇ ਲੱਗਾ ਰਹਿੰਦਾ। ਹੁਣ ਤਾਂ ਹੋਰ ਵੀ ਇਕੱਠਾ ਕਰਨਾ ਪੈਣਾ। ਬਾਹਰਲੇ ਦੇਸ਼ਾਂ ਵਾਲੇ ਇਕੱਠਾ ਨਹੀਂ ਕਰਦੇ, ਕਿਉਂਕਿ ਉੱਥੇ ਬੁਢਾਪੇ ਸਰਕਾਰ ਉਹਨਾਂ ਨੂੰ ਪਾਲਦੀ ਹੈ। ਉਹ ਤਾਂ 18 ਸਾਲ ਦਾ ਜਦੋਂ ਬੱਚਾ ਹੁੰਦਾ ਹੈ, ਘਰੋਂ ਕੱਢ ਦਿੰਦੇ ਨੇ, ਚੱਲ ਭਾਈ ਸਾਡਾ ਘਰ ਛੱਡ ਕੇ ਆਪਣਾ ਕਮਾ ਖਾ। ਇੱਕ ਬੱਚਾ ਅੰਗਰੇਜ਼ ਹਿੰਦੁਸਤਾਨੀ ਬੱਚਿਆਂ ਦੇ ਦੋਸਤ ਹੋ ਗਏ, ਛੋਟੇ ਪੜ੍ਹਦੇ ਸੀ, ਹੌਲੀ ਦੋਸਤੀ ਹੋ ਗਈ। ਉਹਨੇ ਹਿੰਦੁਸਤਾਨ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ। ਉਹਨੇ ਦੇਖਿਆ ਵੀ ਲੋਕ ਆਪਣੇ ਮਾਂ ਪਿਓ ਦੀ ਬੜੀ ਸੇਵਾ ਕਰਦੇ ਨੇ। ਉਹ ਕਹਿੰਦਾ ਮੈਂ ਵੀ ਵੱਡੇ ਹੋ ਕੇ ਆਪਣੇ ਮਾਂ ਪਿਓ ਦੀ ਸੇਵਾ ਕਰਿਆ ਕਰਾਂਗਾ। ਜਦੋਂ ਹੋਇਆ 18 ਸਾਲਾਂ ਦਾ ਅੰਗਰੇਜ਼ ਬੱਚਾ, ਮਾਂ ਪਿਓ ਕੇ ਸਾਡਾ ਘਰ ਚੋਂ ਨਿਕਲ ਜਾ। ਉਹ ਕਹਿੰਦਾ ਨਹੀਂ, ਮੈਂ ਤੁਹਾਡੀ ਸੇਵਾ ਕਰਿਆ ਕਰਨਾ, ਕਿ ਸਾਨੂੰ ਤੇਰੀ ਸੇਵਾ ਦੀ ਲੋੜ ਨਹੀਂ, ਚੱਲ 18 ਸਾਲ ਦਾ ਚੱਲ ਨਿਕਲੋ। ਉਹਨੂੰ ਧੱਕੇ ਨਾ ਕਰੋ, ਕੱਢਦਾ। ਕਿਉਂ ਕੱਢਦਾ? ਕਿਉਂਕਿ ਉਹਨਾਂ ਨੂੰ ਪਤਾ ਸਾਨੂੰ ਸਰਕਾਰ ਪਾਲੇਗੀ। ਸਾਨੂੰ ਪਤਾ ਕਿ ਸਾਨੂੰ ਕਿਸੇ ਨੇ ਨਹੀਂ ਪਾਲਣਾ, ਸਾਡੇ ਬੱਚੇ ਨੇ ਸਾਨੂੰ ਪਾਲਣਾ। ਇਸ ਲਈ ਅਸੀਂ ਉਹਨਾਂ ਨੂੰ ਕਹਿੰਦੇ ਰਹਿੰਦੇ, ਭਾਈ ਤੁਸੀਂ ਅੱਡ ਨਾ ਹੋਵੋ, ਤੁਸੀਂ ਸਾਨੂੰ ਛੱਡ ਕੇ ਫੋਰਨ ਕੰਟਰੀ ਨਾ ਜਾਵੋ, ਸਾਨੂੰ ਬੁਢਾਪੇ 'ਚ ਕੌਣ ਪਾਲੇਗਾ। ਪਰ ਬੱਚਿਆਂ ਨੂੰ ਤੁਹਾਡੇ ਨਾਲ ਮੋਹ ਨਹੀਂ ਹੈਗਾ। ਤੁਹਾਨੂੰ ਬੱਚਿਆਂ ਨਾਲ ਮੋਹ ਹੈ, ਬੱਚਿਆਂ ਨੂੰ ਤੁਹਾਡੇ ਨਾਲ ਕੋਈ ਮੋਹ ਨਹੀਂ। ਕਿਸੇ ਭੁਲੇਖੇ 'ਚ ਨਹੀਂ ਰਹਿਣਾ ਵੀ ਬੱਚੇ ਨੂੰ ਪਤਾ ਮੋਹ ਚੜਨੋ। ਅੱਜ ਵੀ ਇੱਕ ਮੇਰੇ ਕੋਲ ਆਇਆ ਸੀ, ਫੋਰਨ ਜਾਣਾ ਜੀ। ਮੇਰੀ ਕੀ ਗੱਲ ਕਿ ਮੇਰਾ ਹੋਟਲ ਹੈ ਜੀ, ਮੈਂ ਕਿੰਨੀ ਆਮਦਨ ਕਿ 70-80 ਹਜ਼ਾਰ ਮਹੀਨੇ ਦੀ ਆਮਦਨ। ਮੈਂ ਕਹਿਣਾ ਤਾਂ ਨਹੀਂ ਚਾਹੀਦਾ, ਪਰ ਮੈਨੂੰ ਬੜਾ ਅਫਸੋਸ ਹੈ ਪੰਜਾਬ ਦੇ ਲੋਕ ਬੇਵਕੂਫ ਨੇ। ਮੈਨੂੰ ਕਈ ਵਾਰੀ ਅਫਸੋਸ ਹੁੰਦਾ, ਯਾਰ ਐਵੇਂ ਹਰਿਆਣਾ ਛੱਡ ਗਏ ਤੇ ਡੰਗਰ ਇਕੱਠੇ ਕੀਤੇ ਸਾਰੇ। ਮੈਂ ਤੂੰ ਇੱਥੇ ਮਾਲਕ ਹੈ, ਤੂੰ ਬਾਹਰ ਜਾ ਕੇ ਇਹੋ ਜਿਹੇ ਹੋਟਲ 'ਤੇ ਝੂਠੇ ਭਾਂਡੇ ਮਾਂਜੇਗਾ, ਬਹਿਰਾ ਬਣੇਗਾ। ਤੁਹਾਨੂੰ ਇਹ ਨਹੀਂ ਫਿਰ ਮਾਂ ਪਿਓ ਕੇ ਤੂੰ ਕਾਕਾ ਨਾ ਜਾ, ਸਾਨੂੰ ਸਾਡੀ ਕੌਣ ਦੇਖਭਾਲ ਕਰੇਗਾ, ਸਾਨੂੰ ਕੌਣ ਮੋਰ ਬੁਢਾਪੇ ਸਾਂਭੇ ਨਾ ਜਾਣਾ। ਸੋ ਇਹੋ ਜਿਹੇ ਨੂੰ ਤੁਸੀਂ ਕੀ ਕਹੋਗੇ? ਮੈਂ ਤਾਂ ਮੂਰਖ ਕਹਿਣਾ ਹੁਣ ਵੀ ਇੱਥੇ ਸਭ ਕੁਛ ਹੈ, ਉਹ ਛੱਡ ਕੇ ਕੋਈ ਮਾਂ ਪਿਓ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਇਹਨਾਂ ਨੂੰ ਮਗਰੋਂ ਬੁਢਾਪੇ 'ਚ ਕੌਣ ਪਾਲੇਗਾ। ਇੱਕ ਗੱਲ ਕਹੇ, ਮੈਂ ਮੰਮੀ ਡੈਡੀ ਮੈਂ ਤੈਨੂੰ ਉੱਥੇ ਸੱਦ ਲਾਂਗਾ। ਇਹਨਾਂ ਜਵਾਕਾਂ ਨੂੰ ਇਹ ਨਹੀਂ ਪਤਾ ਕਿ ਬਾਹਰਲੇ ਦੇਸ਼ ਬੁੱਢਿਆਂ ਲਈ ਨਹੀਂ ਹੈਗੇ। ਸਾਡੇ ਨਾਲ ਕਿਸੇ ਗੱਲ ਹੀ ਨਹੀਂ ਉੱਥੇ ਕਰਨੀ। ਉੱਥੇ ਤੇ ਮਸ਼ੀਨਾਂ ਰਹਿੰਦੀਆਂ, ਉੱਥੇ ਬੰਦੇ ਥੋੜ੍ਹਾ ਰਹਿੰਦੇ ਨੇ, ਤੇ ਮਸ਼ੀਨਾਂ ਆਪਸ 'ਚ ਗੱਲ ਨਹੀਂ ਕਰਦੀਆਂ, ਮਸ਼ੀਨਾਂ ਕੰਮ ਕਰਦੀਆਂ ਬਸ। ਉੱਥੇ ਤੇ ਕੰਮ ਬਸ, ਕੋਈ ਕਿਸੇ ਨਾਲ ਗੱਲ ਨਹੀਂ ਕਰਦਾ। ਇਸ ਲੱਗਦਾ ਜੀ ਨਹੀਂ ਲੱਗਦਾ, ਬੜਾ ਪਰੋਂ। ਤਾਂ ਮੈਂ ਦੇਖਿਆ ਵੀ ਬੱਚਿਆਂ ਨੂੰ ਤੁਹਾਡੇ ਨਾਲ ਕੋਈ ਮੋਹ ਨਹੀਂ, ਵੱਧ ਤੁਹਾਨੂੰ ਔਖੇ ਹੋਣ ਦੀ ਲੋੜ ਨਹੀਂ ਬੱਚਿਆਂ ਨੂੰ। ਉਹਨੂੰ ਤੁਹਾਡੇ ਮੋਹ ਨੇ ਤਾਂ ਆਪਣਾ ਸਵਾਰਥ ਵੇਖਣਾ ਬਸ। ਤੁਹਾਡੇ ਤੋਂ ਕੁਛ ਨਹੀਂ ਲੈਣਾ ਦੇਣਾ ਨਹੀਂ। ਉਹਨਾਂ ਚਿਰ ਮੰਮੀ ਡੈਡੀ ਤੁਹਾਨੂੰ ਕਰਦੇ, ਜਿੰਨਾ ਚਿਰ ਕਮਾਉਂਦੇ ਨਹੀਂ। ਜਿੱਦੇ ਕਮਾਉਣ ਲੈ ਤੂੰ ਹੁਣ ਮੈਂ ਕੌਣ ਸਤਿ ਸ਼੍ਰੀ ਅਕਾਲ, ਤੁਸੀਂ ਮਗਰ ਜਾ ਰੋਈ ਜੋ ਚੈਪਟੀ। ਸੋ ਤਾਂ ਗੁਰੂ ਮਹਾਰਾਜ ਕਹਿੰਦੇ
ਸ਼ਲੋਕ ਥਾਕੇ ਬਹੁ ਕਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਸ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨ ਸਾਥ। ਅੱਗੇ ਕਹਿੰਦੇ ਪੌੜੀ ਥਥਾ ਥਿਰ ਕੋ ਨਹੀਂ ਕਾਏ ਪਸਾਰੋ ਪਾਮ। ਹਿੰਦੀ ਪੜੋਗੇ ਤਾਂ ਪਾਮ ਹੈ, ਫਾਰਸੀ 'ਚ ਪੜੋਗੇ ਤਾਂ ਪਾਵ ਹੈ ਬਿਨਾਂ ਬਿੰਦੀ ਤੋਂ। ਇਹ ਤੁਹਾਡੀ ਮਰਜ਼ੀ ਹੈ, ਇਹਨੂੰ ਪਾਪ ਪੜੋ, ਤੁਹਾਡੀ ਮਰਜ਼ੀ ਹੈ ਪਾਮ ਪੜੋ। ਥਥਾ ਥਿਰ ਕੋ ਨਹੀਂ ਕਾਹੇ ਪਸਾਰੋ ਪਾਪ। ਸਦਾ ਤੇ ਕੁਛ ਰਹਿਣੇ ਨੇ, ਕਦੇ ਕਿਉਂ ਐਵੇਂ ਪੈਰ ਪਸਾਰ ਦਿਓ ਵੀ, ਕਿਉਂ ਆਪਣੇ ਵਿਜ਼ਨ ਦਾ ਹੋਰਾਂ ਦਾ ਬਹੁਤਾ ਖਲਾਰਾ ਪਾਉਂਦੇ ਹੋ, ਕਿਉਂ ਐਵੇਂ ਇੰਨਾ ਖਲਾਰਾ ਪਾ ਰੱਖਿਆ। ਜਿਵੇਂ ਕਹਾ ਮੇਰੇ ਕੋਲ 2 ਦੁਕਾਨਾਂ, ਮੈਂ ਤੀਜੀ ਲੈਣੀ ਹੈ। ਮੈਂ ਹੱਸ ਪਿਆ, ਮੈਂ ਕਰਦੇ ਕਿੰਨੇ ਜੀ ਕਦੇ 2 ਤੇ ਮੈਂ ਤੀਜੀ ਨੂੰ ਸਿਰ 'ਚ ਮਾਰਨਾ। ਹੁਣ ਕੀ ਕਰਨਾ ਸੀ, 1-2 ਦੁਕਾਨ ਤੇ ਬਹਿ ਜਾਓ, 1 ਤੇ ਉਹ ਬਹਿ ਜਾਓ। ਵੈਸੇ ਇੱਕ ਦੁਕਾਨ ਹੀ ਬੜੀ ਹੁੰਦੇ, ਪਿਓ ਪੁੱਤ ਦੋਨੋਂ ਬੈਠੋ, ਨੌਕਰ ਨਹੀਂ ਰੱਖਣਾ ਪਏਗਾ, ਆਪਣਾ ਕੰਮ ਆਪ ਕਰੋ। ਉਹ ਹਵਸ ਹੈ, ਹੋਰ ਮਾਇਆ, ਹੋਰ ਮਾਇਆ। ਜਦੋਂ ਬਹੁਤੀ ਮਾਇਆ ਹੈ ਫਿਰ ਕੀ ਪਤਾ ਕਿ ਉਹ ਜਿਹੜੇ ਤੁਹਾਨੂੰ ਕੀ ਕਹਿੰਦੇ ਸ਼ੂਗਰ, ਉਹ ਸ਼ੂਗਰ ਹੋ ਜਾਣੀ। ਸ਼ੂਗਰ ਹੋ ਗਈ ਹੈ, ਜੇਬ 'ਚ 10,000 ਰੁਪਈਏ, ਕੋਲੀ ਸਵੀਟਸ ਕੋਲੋਂ ਲੰਘ ਰਿਹਾ, ਖੁਸ਼ਬੂ ਆ ਰਹੀ ਹੈ, ਖਾਣ ਨੂੰ ਜੀਅ ਕਰਦਾ, ਪੈਸੇ ਕੋਲ ਨੇ। ਡਾਕਟਰ ਕਹਿੰਦੇ ਜੇ ਮਿੱਠਾ ਖਾਏਗਾ ਮਰੇਗਾ, ਕਹਿੰਦਾ ਹਾਏ ਹੋਏ, ਤੇ ਮੂੰਹ ਤਰਸਾਉਂਦਾ ਹੋਇਆ ਲੰਘ ਜਾਂਦਾ। ਜਿਉਂ ਜਿਉਂ ਤੁਸੀਂ ਅਮੀਰ ਹੋ ਗਏ ਤਿਉਂ ਤਿਉਂ ਤੁਹਾਨੂੰ ਬਿਮਾਰੀਆਂ ਲੱਗਣਗੀਆਂ। ਇਹ ਪੱਕੀ ਗੱਲ ਯਾਦ ਰੱਖੋ, ਕਿਉਂਕਿ ਬਿਮਾਰੀਆਂ ਨੂੰ ਪਤਾ ਹੈ ਇਹ ਮੇਰੇ 'ਤੇ ਖਰਚਾ ਕਰ ਸਕਦਾ। ਆ ਗਰੀਬ ਨੇ ਤਾਂ ਜਾਣਾ ਹੀ ਕੋਈ ਨਹੀਂ, ਇਹ ਤਾਂ ਧੁੱਪੇ ਖੜ ਜੂਗਾ, ਆਪੇ ਬੁਖਾਰ ਲੈ ਜਾਏਗਾ। ਕੋਈ ਅਮੀਰ ਤੁਹਾਨੂੰ ਤੰਦਰੁਸਤ ਨਹੀਂ ਮਿਲੇਗਾ, ਕੋਈ ਨਹੀਂ ਮਿਲੇਗਾ। ਅਚਾਨਕ ਕਿਸੇ ਅਮੀਰ ਦੇ ਘਰ ਚਲੇ ਜਾਓ, ਉਹ ਜੇ ਟੇਬਲ ਵੇਖ ਲਓ 5-7 ਸ਼ੀਸ਼ੀਆਂ ਪਈਆਂ ਹੋਣਗੀਆਂ, ਜੇ ਕੋਈ ਅਲਮਾਰੀ ਖਿਲਾ ਕੇ 5-7 ਅੰਦਰ ਪਈਆਂ ਹੋਣਗੀਆਂ। ਸੋ ਐਵੇਂ ਬੰਦੇ ਨੂੰ ਭੁਲੇਖ ਹੈ। ਜੇ ਪੈਸਾ ਵਰਤਣਾ ਹੀ ਨਹੀਂ ਤੇ ਫਿਰ ਉਹ ਇਕੱਠਾ ਕਰਕੇ ਵੀ ਕੀ ਕਰਨਾ। ਨਾ ਦੇ ਕਿਸੇ ਦੇ ਭਲੇ ਲਈ ਗੁਣ ਗਾਏਗਾ ਤਾਂ ਕਹਿੰਦੇ ਤਥਾ ਥਿਰ ਕੋ ਨਹੀਂ ਕਾਏ ਪਸਾਰੋ ਪਾਵ। ਕਿਉਂ ਕਹਿੰਦੇ ਪੈਰ ਪਸਾਰੇ ਪਾਵ, ਕਿਉਂ ਐਵੇਂ ਇੰਨਾ ਵੱਡਾ ਜਿਹੜਾ ਕਾਰੋਬਾਰ ਕਰ ਰਹੇ ਹੋ। ਕੁਝ ਇੱਥੇ ਸਥਿਰ ਨਹੀਂ ਹੈ, ਕੁਝ ਨਹੀਂ ਇੱਥੇ ਰਹਿਣਾ। ਅਨੇਕ ਬੰਚ ਬਲ ਛਲ ਕਰੋ ਮਾਇਆ ਏਕ ਪਾਵ। ਮਾਇਆ ਦੀ ਖਾਤਰ ਤੁਸੀਂ ਬੰਚ ਠੱਗੀਆਂ ਠੋਰੀਆਂ ਕਰਦੇ ਹੋ, ਲੋਕਾਂ ਨਾਲ ਵਲ ਛਲ ਕਰਦੇ ਹੋ। ਇਹ ਮਾਇਆ ਨੇ ਨਾਲ ਤਾਂ ਜਾਣਾ ਨਹੀਂ, ਇੱਥੇ ਲਹਿਰੂ ਜਾਣਾ। ਜਿਹੜੇ ਫਿਰ ਅਸੀਂ ਕਰਮ ਕੀਤੇ ਨੇ ਉਹ ਭੋਗਣੇ ਪੈਣੇ। ਥੈਲੀ ਸੰਚੋ ਸ਼ਰਮ ਕਰੋ ਥਾਕ ਪਰੋ ਗਾਵਾਰ। ਇਹ ਮੂਰਖੋ, ਥੈਲੀ ਸੰਚੋ, ਤੁਸੀਂ ਮਾਇਆ ਇਕੱਠੀ ਕਰਨ ਤੇ ਲੱਗੇ ਹੋਏ ਹੋ। ਸ਼ਰਮ ਕਰੋ, ਬੜੀ ਮਾਇਆ ਦੀ ਖਾਤਰ ਮਿਹਨਤ ਕਰਦੇ ਹੋ। ਥੱਕ ਪਰੋ, ਮਿਹਨਤ ਕਰਦੇ ਕਰਦੇ ਥੱਕ ਜਾਂਦੇ ਹੋ। ਮਨ ਕਹਿ ਕਾਮ ਨਾ ਆਵੇ ਅੰਤੇ ਅਵਸਰ ਬਾਰ। ਅੰਤਲੇ ਸਮੇਂ ਇਹ ਜੀ ਤੁਹਾਡੀ ਇਕੱਠੀ ਕੀਤੀ ਮਾਇਆ ਹੈ, ਤੁਹਾਡੀ ਆਤਮਾ ਦੇ ਕੰਮ ਨਹੀਂ ਆਉਣੀ। ਇਹਨੇ ਤੁਹਾਨੂੰ ਜਮਦੂਤਾਂ ਤੋਂ ਨਹੀਂ ਛਡਾ ਸਕਣਾ। ਕਹਿੰਦੇ ਸਾਰੀ ਉਮਰ ਮਿਹਨਤ ਕਰ ਕਰਕੇ ਥੱਕ ਕੇ ਮਾਇਆ ਇਕੱਠੀ ਕਰਦੇ ਕਰਦੇ। ਸਿੱਖ ਨੂੰ ਮਾਇਆ ਕਮਾਉਣ ਦਾ ਹੁਕਮ ਹੈ। 10 ਨੌਂ ਦੀ ਕਿਰਤ ਨਾਲ ਬਹੁਤੀ ਮਾਇਆ ਇਕੱਠੀ ਹੋਈ ਨਹੀਂ ਹੁੰਦੀ। ਹਾਂ ਆਪਾਂ ਠੀਕ ਹੈ, ਸਾਡੀ ਕੋਈ ਬਹੁਤ ਜਾਇਦਾਦ ਪਿਤਾ ਤੋਂ ਮਿਲ ਗਈ ਹੈ, ਜਨਮ ਤੋਂ ਹੀ ਅਮੀਰੀ ਮਿਲ ਗਈ ਹੈ, ਉਹ ਗੱਲ ਵੱਖਰੀ ਹੈ। ਤੇ ਨਹੀਂ ਤੇ ਬਈ ਜਿਹੜਾ 10 ਨੌਂ ਦੀ ਕਿਰਤ ਨਾਲ ਕੋਈ ਬਹੁਤਾ ਨਹੀਂ ਹੈ, ਬੰਦਾ ਅਮੀਰ ਹੋ ਸਕਦਾ। ਹਾਂ ਇੰਨਾ ਹੈ, ਚੰਗਾ ਚੰਗਾ ਉਹਦਾ ਗੁਜ਼ਾਰਾ ਹੁੰਦਾ ਰਹਿੰਦਾ। ਬਹੁਤਾ ਅਮੀਰ ਹੋਣ ਲਈ ਫਿਰ ਠੱਗੀਆਂ ਠੋਰੀਆਂ ਕਰਨੀਆਂ ਪੈਂਦੀਆਂ। ਬਸ ਕਹਿੰਦੇ ਬੰਚ ਬਲ ਛਲ, ਬੰਚ ਪੂਰਾ ਸ਼ੁੱਧ ਬਲਵੰਚ, ਠੱਗੀ ਠੋਰੀ ਕਰਨੀ।
ਵਲ ਛਲ ਕਰਨੇ ਲੋਕਾਂ ਨਾਲ। ਥਿਤ ਪਾਵੋ ਗੋਬਿੰਦ ਭਜੋ, ਸੰਤੈ ਕੀ ਸਿੱਖ ਲਿਓ। ਕਹਿੰਦੇ ਸੰਤਾਂ ਦੀ ਸਿੱਖਿਆ ਲਓ, ਪਰਮਾਤਮਾ ਦਾ ਨਾਮ ਜਪੋ, ਥਿਤ ਪਾਵੋ, ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। ਸੰਤਾਂ ਦੀ ਸਿੱਖਿਆ ਲਓ, ਉਹ ਕੀ ਕਹਿਣਗੇ? ਨਾਮ ਜਪੋ, ਗੋਬਿੰਦ ਭਜੋ। ਫਿਰ ਕੀ ਹੋਏਗਾ? ਥਿਤ ਪਾਵੋ, ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। ਮਨ ਦੀ ਸ਼ਾਂਤੀ ਜਿਹੜੀ ਹੈ ਬਹੁਤ ਵੱਡੀ ਚੀਜ਼ ਹੈ। ਜਿਉਂ-ਜਿਉਂ ਤੁਹਾਡੇ ਬਿਜ਼ਨਸ ਵਧਣਗੇ, ਜਿਉਂ-ਜਿਉਂ ਇਸ ਤਰ੍ਹਾਂ ਤੁਸੀਂ ਖਲਾਰਾ ਪਾਓਗੇ, ਮਨ ਦੀ ਸ਼ਾਂਤੀ ਖਤਮ ਹੁੰਦੀ ਜਾਏਗੀ। ਕਦੇ ਹੋਏਗਾ ਜੀ ਉਹ ਵਰਕਰ ਕੰਮ ਨਹੀਂ ਕਰਦੇ ਮਗਰੋਂ ਜੀ, ਕਦੇ ਕੁਛ ਚੱਲੇ ਹੀ ਹੁੰਦਾ। ਇਸ ਲਈ ਕਹਿੰਦੇ ਸੰਤਾਂ ਦੀ ਲਓ ਸਿੱਖਿਆ, ਪਰਮਾਤਮਾ ਦਾ ਜਪੋ ਨਾਮ, ਤੁਹਾਨੂੰ ਥਿਤ ਪਾਵੋ, ਤੁਹਾਡਾ ਮਨ ਅਡੋਲ ਹੋ ਜਾਏਗਾ, ਸ਼ਾਂਤੀ ਹੋ ਜਾਏਗੀ। ਪ੍ਰੀਤ ਕਰੋ ਸਦ ਏਕ ਸਿਉ, ਸਦਾ ਹੀ ਇੱਕ ਪਰਮਾਤਮਾ ਨਾਲ ਪਿਆਰ ਕਰੋ। ਇਹ ਸਾਚਾ ਅਸਨੇਹ, ਇਹੀ ਸੱਚਾ ਪਿਆਰ ਹੈ। ਲੇਹੋ ਕਾਰਨ ਸਾਨੂੰ ਅਸਨੇਹੋ ਪੜ੍ਹਨਾ ਪਿਆ, ਨਹੀਂ ਤੇ ਅਸਨੇਹ ਆਪਣੇ ਆਪ ਠੀਕ ਹੈ। ਅਸਨੇਹ ਪਿਆਰ ਨੂੰ ਕਹਿੰਦੇ ਨੇ। ਪਿਆਰ ਨਾਉਨ ਹੈ, ਭਾਵਵਾਚਕ ਨਾਉਨ। ਨਾਉਨ ਦੇ ਨਾਲ ਹਾਹੇ ਨੂੰ ਲੱਗਿਆ ਹੋਇਆ ਉੱਪਰ ਨਹੀਂ ਬੋਲਦਾ। ਉਂਝ ਸ਼ਬਦ ਹੈ ਅਸਨੇਹ, ਪਰ ਉੱਪਰ ਲੇ ਨਹੀਂ ਹੋ ਸਕਦਾ, ਉਹ ਕਿਰਿਆ ਹੈ। ਜਿਹੜੀ ਕਿਰਿਆ ਹੈ ਤੇ ਹਾਹੇ ਨੂੰ ਉੱਪਰ ਬੋਲਿਆ ਜਾਂਦਾ ਹੈ, ਇਸ ਲਈ ਉਹਨੂੰ ਪੜ੍ਹਨਾ ਲੇਹੋ। ਇਸ ਕਾਰਨ ਕਵਿਤਾ ਜੋੜ ਰਹੇ ਨੂੰ ਪੜ੍ਹਨਾ ਅਸਨੇਹੋ। ਪ੍ਰੀਤ ਕਰੋ ਸਦ ਏਕ ਸਿਉ, ਇਹ ਸਾਚਾ ਅਸਨੇਹ। ਪਰਮਾਤਮਾ ਨੂੰ ਪਿਆਰ ਕਰੋ, ਸੱਚਾ ਪਿਆਰ ਇਹੀ ਹੈ। ਥਿਤ ਪਾਵੋ ਗੋਬਿੰਦ ਭਜੋ, ਥਿਤ ਪਾਵੋ ਗੋਬਿੰਦ ਭਜੋ, ਥਿਤ ਪਾਵੋ ਗੋਬਿੰਦ ਭਜੋ, ਥਿਤ ਪਾਵੋ ਗੋਬਿੰਦ ਭਜੋ। ਸੰਤੈ ਕੀ ਸਿੱਖ ਲਿਓ, ਸੰਤੈ ਕੀ ਸਿੱਖ ਲਿਓ, ਸੰਤੈ ਕੀ ਸਿੱਖ ਲਿਓ, ਸੰਤੈ ਕੀ ਸਿੱਖ ਲਿਓ। ਪ੍ਰੀਤ ਕਰੋ ਸਦ ਏਕ ਸਿਉ, ਪ੍ਰੀਤ ਕਰੋ ਸਦ ਏਕ ਸਿਉ, ਪ੍ਰੀਤ ਕਰੋ ਸਦ ਏਕ ਸਿਉ, ਪ੍ਰੀਤ ਕਰੋ ਸਦ ਏਕ ਸਿਉ। ਕਿਆ ਸਾਚਾ ਅਸਨੇਹ, ਕਿਆ ਸਾਚਾ ਅਸਨੇਹ, ਕਿਆ ਸਾਚਾ ਅਸਨੇਹ, ਕਿਆ ਸਾਚਾ ਅਸਨੇਹ। ਕਹਿੰਦੇ ਕਾਰਨ ਕਰਨ ਕਰਾਵ ਨੂੰ ਸਭ ਵਿਦ ਏਕੈ ਹਰਿ। ਸਾਰੀ ਵਿਦ, ਸਾਰਾ ਸਬਬ ਪਰਮਾਤਮਾ ਦੇ ਹੱਥ ਚ। ਉਹਨੇ ਸਾਨੂੰ ਅਮੀਰ ਕਰਨਾ ਤਾਂ ਵੀ ਸਬਬ ਬਣਾਉਣਾ, ਉਹਨੇ ਸਾਨੂੰ ਗਰੀਬ ਕਰਨਾ ਤਾਂ ਵੀ ਕੋਈ ਸਬਬ ਬਣਨਾ। ਕਾਰਨ ਤਾਂ ਹੁੰਦਾ। ਪਰਮਾਤਮਾ ਤੁਹਾਨੂੰ ਅਮੀਰ ਕਰਨਾ ਚਾਹੁੰਦਾ ਹੈ, ਉਹ ਕਿਸੇ ਨੂੰ ਪ੍ਰੇਰ ਕੇ ਤੁਹਾਨੂੰ ਅਮੀਰ ਕਰ ਸਕਦਾ ਹੈ। ਤੁਸੀਂ ਗਰੀਬ ਹੋ। ਕਈ ਵਾਰੀ ਮੈਂ ਦੇਖਿਆ ਕਈ ਗੱਲਾਂ ਚਿੱਤ ਚੇਤਾ ਵੀ ਨਹੀਂ ਹੁੰਦੀਆਂ ਜੋ ਜ਼ਿੰਦਗੀ 'ਚ ਹੋ ਜਾਂਦੀਆਂ। ਬੰਦਾ ਹੱਕਾ ਪੱਕਾ ਰਹਿੰਦਾ ਵੀ ਆਹ ਤੇ ਮੈਂ ਕਦੇ ਸੋਚਿਆ ਹੀ ਨਹੀਂ ਸੀ ਵੀ ਆਹ ਚੀਜ਼ ਮੈਨੂੰ ਜ਼ਿੰਦਗੀ 'ਚ ਮਿਲ ਸਕਦੀ ਹੈ। ਪਰਮਾਤਮਾ ਵੀ ਦੇਖਦਾ, ਕਿਉਂਕਿ ਸਬੱਬ ਉਸਨੇ ਬਣਾਉਣਾ ਹੈ। ਉਹ ਕਰਨ ਕਰਾਉਣ ਵਾਲਾ ਹੈ, ਉਹ ਸਭ ਕੁਛ ਕਰ ਸਕਦਾ ਹੈ। ਸਭ ਵਿਦ ਇੱਕ ਹੈ, ਇੱਕ ਪਰਮਾਤਮਾ ਦੇ ਹੱਥ 'ਚ ਸਾਰੇ ਸਬੱਬ ਹਨ। ਕਾਰਨ ਕਰਨ ਕਰਾਉਣ, ਉਹ ਸਭ ਕੁਝ ਕਰਨ ਕਰਾਉਣ ਵਾਲਾ। ਜੋ ਚਾਹੇ ਉਹ ਕਰ ਸਕਦਾ, ਜੋ ਚਾਹੇ ਉਹ ਕਰਾ ਸਕਦਾ, ਕਿਉਂਕਿ ਸਾਰੇ ਸਬੱਬ ਉਹਦੇ ਹੱਥ ਵਿੱਚ ਹਨ। ਜਿਤ ਜਿਤ ਲਾਵੋ ਤਿਤ ਤਿਤ ਲੱਗੇ, ਨਾਨਕ ਜੰਤਰ ਨਾਥ। ਇਹ ਪਰਮਾਤਮਾ, ਇਹ ਜਿਹੜੇ ਜੀਵ ਨੇ ਇਹ ਤੇ ਅਨਾਥ ਨੇ। ਜਿਸ ਜਿਸ ਪਾਸੇ ਤੂੰ ਲਾਉਣਾ ਹੈ ਉਸ ਪਾਸੇ ਹੀ ਇਹ ਜੀਵ ਲੱਗੇ ਹੋਏ ਹਨ। ਅਸੀਂ ਆਪਣੀ ਮਰਜ਼ੀ ਤੇ ਕਰ ਹੀ ਨਹੀਂ ਸਕਦੇ। ਜਿਤ ਜਿਤ ਲਾਵੋ ਤਿਤ ਤਿਤ ਲੱਗਣਾ। ਇਹ ਜੀਵ ਉਸੇ ਪਾਸੇ ਲੱਗਾ ਹੈ ਜਿਸ ਪਾਸੇ ਪਰਮਾਤਮਾ ਨੇ ਇਸਨੂੰ ਲਾਇਆ ਹੋਇਆ। ਹੁਣ
ਲਓ ਜੀ, ਜਿਹੜੇ ਚੋਰੀਆਂ ਕਰਦੇ ਨੇ ਪਰਮਾਤਮਾ ਨੇ ਉਹਨੂੰ ਚੋਰੀਆਂ ਕਰਨ ਤੇ ਲਾਇਆ ਹੋਇਆ, ਤੇ ਜੇ ਚੋਰੀਆਂ ਕਰਨ ਤੇ ਲਾਇਆ ਤੇ ਰੱਬ ਕਾਹਦਾ ਹੋਇਆ? ਉਹਨੇ ਪੁੱਠੇ ਪਾਸੇ ਲਾ ਦਿੱਤੇ। ਅੱਗੇ ਪ੍ਰਸ਼ਨ ਨਿਕਲਣਗੇ, ਆਪ ਹੀ ਪ੍ਰਸ਼ਨ ਪੈਦਾ ਕਰੀਦਾ ਹੈ, ਆਪ ਇਹਦੇ ਉੱਤੇ ਲੱਭਣ ਦੀ ਕੋਸ਼ਿਸ਼ ਕਰੀਦੀ ਹੈ, ਨਹੀਂ ਤਾਂ ਮਨ 'ਚ ਸੰਸਾਰ ਰਹਿ ਜਾਏਗਾ। ਹੁਣ ਕਹਿੰਦੇ ਪਰਮਾਤਮਾ ਜੀ ਸਾਰਿਆਂ ਨੂੰ ਖਾਣ ਪੀਣ ਨੂੰ ਦਿੰਦਾ, ਪਰਮਾਤਮਾ ਸਾਰੇ ਖਾਣ ਪੀਣ ਨੂੰ ਦਿੰਦਾ। ਸੰਸਾਰ 'ਚ 68 ਕਰੋੜ ਲੋਕ ਨੇ ਜਿਹੜੇ ਰਾਤ ਨੂੰ ਭੁੱਖੇ ਸੌਂਦੇ, ਖਾਣ ਨੂੰ ਰੋਟੀ ਨਹੀਂ ਮਿਲਦੀ। ਇਕੱਲੇ ਹਿੰਦੁਸਤਾਨ 18 ਕਰੋੜ ਲੋਕ ਨੇ ਜਿਹੜੇ ਰਾਤ ਨੂੰ ਭੁੱਖੇ ਸੌਂਦੇ, ਖਾਣ ਨੂੰ ਰੋਟੀ ਨਹੀਂ ਮਿਲਦੀ। ਤੇ ਬਾਣੀ ਕਹਿੰਦੇ ਪਰਮਾਤਮਾ ਸਾਰਿਆਂ ਨੂੰ ਦਿੰਦਾ ਜੀ, ਫਿਰ ਉਹਨਾਂ ਨੂੰ ਕਿਉਂ ਨਹੀਂ ਦਿੰਦਾ? ਤੁਸੀਂ ਸੋਚਿਆ, ਬਾਣੀ ਪੜ੍ਹਦੇ ਹਾਂਜੀ ਸਭ ਨੂੰ ਦਿੰਦਾ ਪਰਮਾਤਮਾ। ਰਹਿ ਰਚ ਵੀ ਤੁਸੀਂ ਪੜ੍ਹਦੇ ਹੋ, ਕਾਹੇ ਰੇ ਮਨ ਚਿਤ ਮੈਂ ਉਦਮ ਜਾ ਹਰ ਹਰ ਜੀਉ ਕਰੇ, ਸੈਲ ਪੱਥਰ ਮੈਂ ਜੰਤ ਪਾਏ ਤਾ ਘਰ ਰਿਜ਼ਕ ਆਗੇ ਕਰਦੇ। ਉਹ ਤੇ ਕਦੇ ਪੱਥਰਾਂ ਦੇ ਵਿੱਚ ਜੀ ਪੈਦਾ ਕਰੂ, ਉਹਨਾਂ ਨੂੰ ਰਿਜ਼ਕ ਦੇ, ਤੂੰ ਕਦੇ ਕੋਈ ਚਿੰਤਾ ਕਰਦਾ? ਯਾਦ ਰੱਖਣਾ, ਪਰਮਾਤਮਾ ਕਹਿੰਦਾ ਤੁਸੀਂ ਮੇਰਾ ਜਾ ਕੇ ਨਾਮ ਜਪਣਾ, ਫਿਰ ਤਾਂ ਮੇਰੀ ਜ਼ਿੰਮੇਵਾਰੀ ਤੁਹਾਨੂੰ ਖਾਣ ਪੀਣ ਦੀ। ਜੇ ਤੁਸੀਂ ਮੇਰਾ ਨਾਮ ਨਹੀਂ ਜਪੋਗੇ ਫਿਰ ਆਪਣੇ ਕਮਾ ਲਓ, ਖਾ ਲਓ, ਫਿਰ ਤਾਂ ਕਮਾ ਲਓ, ਖਾ ਲਓ। ਨਾਮ ਜਪੋਗੇ ਠੀਕ ਹੈ, ਤੁਸੀਂ ਮੇਰੇ ਧੀਆਂ ਪੁੱਤਰ, ਤੁਹਾਨੂੰ ਮੈਂ ਪਾਲਾਂਗਾ ਕਿਉਂਕਿ ਤੁਸੀਂ ਮੇਰੇ ਆਖੇ ਲੱਗੇ। ਜਿਹੜੇ ਕਹਿੰਦੇ ਮੇਰਾ ਰੱਬ ਹੈ ਹੀ ਨਹੀਂ, ਜਿਹੜੇ ਮੇਰਾ ਨਾਮ ਹੀ ਨਹੀਂ ਜਪਦੇ, ਠੀਕ ਹੈ ਭਾਈ, ਉਹ ਤੁਸੀਂ ਆਪਣਾ ਕਮਾ ਲਓ, ਖਾ ਲਓ, ਥੋੜ੍ਹਾ ਕਮਾ ਲਓ, ਬਹੁਤਾ ਕਮਾ। ਇਹ ਗੱਲ ਹੈ, ਦਿੰਦਾ ਤਾਂ ਸਭ ਨੂੰ ਹੈ, ਪਰ ਅੱਗੋਂ ਲੈਣ ਵਾਲਾ ਵੀ ਤਾਂ ਕੋਈ ਚਾਹੀਦਾ ਹੈ ਨਾ। ਹੁਣ ਜਿਹੜੇ ਕਿ ਰੱਬ ਹੈ ਹੀ ਨਹੀਂ, ਉਹਨਾਂ ਨੇ ਫਿਰ ਰੱਬ ਤੋਂ ਕੀ ਲੈਣਾ ਬਈ? ਰੱਬ ਤੇ ਰੱਬ ਨੂੰ ਕੀ ਲੋੜ? ਉਹਨੂੰ ਦਿੰਦਾ ਫਿਰ ਦਫਾ ਹੋ ਤੁਸੀਂ। ਉਹੀ ਤਾਂ ਦੱਦੇ ਨੂੰ ਦਾਦਾ ਕਿਹਾ ਹੈ, ਵਿਚਾਰਨ ਦਿੰਦਾ ਹੈ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨ ਹਾਰ ਕੇ ਨਹੀਂ। ਸੋ ਗੁਰੂ ਮਹਾਰਾਜ ਕਹਿੰਦੇ ਹੇ ਪਰਮਾਤਮਾ, ਫਿਰ ਹੁਣ ਬੰਦਾ ਸੋਚਦਾ ਵੀ ਇਹ ਫਿਰ ਚੋਰੀ ਕਰਦੇ ਰੱਬ ਨੇ ਲਾਇਆ ਹੋਇਆ, ਫਿਰ ਰੱਬ ਕਾਹਦਾ ਹੋਇਆ? ਉਹ ਤਾਂ ਨਿਖਿਤ ਬੰਦਾ ਜਿਹੜਾ ਕਿਸੇ ਨੂੰ ਭੈੜੇ ਪਾਸੇ ਲਾ ਦਿੰਦਾ। ਮੈਂ ਕਿਸੇ ਨੂੰ ਸ਼ਰਾਬ ਪੀਣ ਲਾ ਦੇਣਾ, ਨਸ਼ੇ ਕਰਨ, ਫਿਰ ਮੈਂ ਕਹਦਾ ਚੰਗਾ ਬੰਦਾ ਹੋਇਆ, ਵੀ ਭੈੜਾ ਹੀ ਹੋਇਆ ਕਿ ਨਹੀਂ? ਫਿਰ ਇਹਦਾ ਮਤਲਬ ਰੱਬ ਭੈੜਾ ਹੈ, ਉਹਨੂੰ ਚੋਰੀ ਕਰਨ ਦੇ ਲਾਤਾ। ਕਿਉਂਕਿ ਬਾਣੀ ਕਹਿੰਦੇ ਜਿੱਥੇ ਜਿੱਥੇ ਲਾਵੋ ਤਿੱਥੇ ਲੱਗਣਾ। ਇਹ ਪਰਮਾਤਮਾ ਜਿਸ ਜਿਸ ਪਾਸੇ ਤੁਸੀਂ ਲਾਉਂਦੇ ਹੋ, ਅਸੀਂ ਉਸ ਪਾਸੇ ਲੱਗੇ ਆ। ਅਸੀਂ ਆਪਣੀ ਮਨ ਮਰਜ਼ੀ ਕਰ ਹੀ ਨਹੀਂ ਸਕਦੇ। ਇਹ ਸਾਡੀ ਕਿਸਮਤ ਸਾਨੂੰ ਲਾਉਂਦੇ, ਯਾਦ ਰੱਖਣਾ। ਸਾਡੇ ਪਿਛਲੇ ਜਨਮਾਂ ਦੇ ਜਿਹੜੇ ਕਰਮ ਨੇ, ਉਹ ਕਰਮਾਂ ਨੂੰ ਪਰਮਾਤਮਾ ਕਿਸਮਤ ਦੇ ਤੌਰ 'ਤੇ ਲਿਖ ਦਿੰਦਾ ਸਾਡੇ। ਸਾਡੀ ਕਿਸਮਤ ਹੀ ਸਾਨੂੰ ਪੀਣ 'ਤੇ ਲਾਉਂਦੀ ਹੈ, ਸਾਡੀ ਕਿਸਮਤ ਹੀ ਸਾਨੂੰ ਵੈਸ਼ਨੂੰ ਬਣਾਉਂਦੀ ਹੈ। ਉਹ ਹੀ ਲਾਉਂਦੀ। ਜਿਹੜੇ ਪਿਛਲੇ ਜਨਮਾਂ 'ਚ ਪੀਂਦੇ ਰਹੇ ਹੁਣ ਵੀ ਪੀਣਗੇ, ਜਿਨ੍ਹਾਂ ਪਿਛਲੇ ਜਨਮਾਂ 'ਚ ਨਹੀਂ ਪੀਤੀ ਹੁਣ ਨਹੀਂ ਪੀਣੀ, ਜੋ ਮਰਜ਼ੀ ਪੈ ਜ਼ੋਰ ਲਾਓ, ਜ਼ੋਰ ਲਾਓ। ਸਾਡੇ ਕਰਮ ਹੀ ਸਾਨੂੰ ਚੰਗਾ ਮੰਦਾ ਕਰਨ ਨੂੰ ਪ੍ਰੇਰਦੇ ਹਨ। ਸਾਡੇ ਕਰਮ ਬਣ ਗਏ ਨੇ ਸਾਡੀ ਕਿਸਮਤ। ਸਾਡੀ ਕਿਸਮਤ ਹੀ ਸਾਨੂੰ ਮਿਹਨਤੀ ਬਣਾਉਂਦੀ ਹੈ, ਸਾਡੀ ਕਿਸਮਤ ਹੀ ਸਾਨੂੰ ਨਲਾਇਕ ਬਣਾਉਂਦੀ ਹੈ, ਸਾਡੀ ਕਿਸਮਤ ਹੀ ਸਾਨੂੰ ਵੈਸ਼ਨੂੰ ਬਣਾਉਂਦੀ, ਸਾਡੀ ਕਿਸਮਤ ਹੀ ਸਾਨੂੰ ਜੇ ਨਸ਼ਈ ਬਣਾਉਂਦੀ ਹੈ। ਪਰਮਾਤਮਾ ਦੇ 'ਚ ਕੋਈ ਕਿਸੇ ਨੂੰ ਤਾਂ ਲਿਖਤਾ ਕਿ ਲੈ ਤੂੰ ਆਹ ਕਰਮ ਕੀਤੇ, ਲੈ ਹੁਣ ਭੋਗ। ਇਹ ਫਿਰ ਬੰਦਾ ਪੁੱਠੇ ਕੰਮ ਕਰਦਾ, ਫਿਰ ਉਹ ਦੁੱਖ ਭੋਗਦਾ ਰਹਿੰਦਾ ਹੈ। ਕਿ ਦੁੱਖ ਭੋਗਣ ਦਾ ਫਿਰ ਢੰਗ ਤਰੀਕਾ ਤੇ ਬਣਾਉਣਾ ਨਾ ਕੋਈ। ਇਸ ਲਈ ਪਰਮਾਤਮਾ ਸਿਰਫ ਸਾਡੇ ਕਰਮ ਲਿਖਦਾ ਹੈ, ਜਿਹੜੇ ਕਿ ਸਾਡੀ ਕਿਸਮਤ ਬਣ ਜਾਂਦੇ ਹਨ। ਹੁਣ ਵੀ ਅਸੀਂ ਆਪਣੀ ਅਗਲੀ ਕਿਸਮਤ ਬਣਾ ਰਹੇ ਹਾਂ, ਹੁਣ ਤੇ ਭੋਗ ਰਹੇ ਨਾ। ਜੋ ਪਿਛਲੇ ਜਨਮਾਂ 'ਚ ਕਰਮ ਕੀਤੇ ਉਹਦਾ ਫਲ ਅਸੀਂ ਭੋਗ ਰਹੇ, ਨਵੇਂ ਕਰਮ ਅਸੀਂ ਕਰ ਰਹੇ ਹਾਂ, ਉਹ ਆਪਣੀ ਕਿਸਮਤ ਬਣਾ ਰਹੇ, ਅੱਗੇ ਭੋਗਣ ਲਈ ਤਿਆਰ ਰਹਿਣ। ਭੋਗੇ ਬਿਨ ਭਾਗੇ ਨਹੀਂ, ਭੋਗਣ ਤੋਂ ਬਿਨਾਂ ਛੁਟਕਾਰਾ ਨਹੀਂ ਹੈਗਾ। ਕਿਤੇ ਬੰਦੇ ਨੂੰ ਸਮਝ ਆ ਜੇ ਜੋ ਮੈਂ ਕਰ ਮੈਂ ਹੀ ਭੋਗਣਾ, ਸ਼ਾਇਦ ਹਟ ਜੇ। ਲੋਕਾਂ ਪੁੱਛਦਾ ਆ ਜਗ ਮਿੱਠਾ ਅਗਲਾ ਕਿੰਨੇ ਡਿੱਠਾ, ਈਟ ਡਰਿੰਕ ਐਂਡ ਬੀ ਮੈਰੀ, ਪੈਸਾ ਕਰਦੇ ਹੁੰਦੇ। ਵਿਸ਼ਵਾਸ ਹੀ ਨਹੀਂ ਬਾਣੀ ਤੇ।
ਇਹ ਤੇ ਰੱਬੀ ਬੋਲ ਨੇ, ਇਹ ਤੇ ਪਰਮਾਤਮਾ ਬੋਲ ਰਿਹਾ ਹੈ। ਕਿਉਂਕਿ ਜੋ ਸਿੱਧਾ ਬੋਲਦਾ ਸਾਨੂੰ ਸੁਣਦਾ ਨਹੀਂ, ਨਾ ਸਾਨੂੰ ਦਿਸਦਾ ਹੈ। ਸਿੱਧਾ ਬੋਲੇਗਾ ਨਾ ਸਾਨੂੰ ਸੁਣੇਗਾ, ਨਾ ਸਾਨੂੰ ਦਿਸੇਗਾ। ਕਈ ਵਾਰੀ ਤੁਹਾਡੇ ਕੋਈ ਬਜ਼ੁਰਗ ਡੈਥ ਹੋ ਗਈ ਹੈ, ਉਹ ਤੁਹਾਨੂੰ ਸੁਪਨੇ 'ਚ ਮਿਲਦੇ ਨੇ। ਕਈ ਵਾਰੀ ਤੁਹਾਡੇ ਤੋਂ ਕੁਛ ਮੰਗਦੇ ਨੇ। ਮੇਰਾ ਭਤੀਜਾ ਕਹਿੰਦਾ, ਮੇਰੇ ਡੈਡੀ ਆਏ, ਕਹਿੰਦਾ ਤੂੰ ਆਪ ਰੋਟੀ ਖਾਂਦਾ ਨਾ ਮੈਨੂੰ ਨਹੀਂ ਖਵਾਉਂਦਾ। ਹੁਣ ਤੇ ਰੂਹ ਆ ਗਈ ਹੈ। ਉਹ ਮੈਨੂੰ ਕਹਿੰਦਾ ਵੀ ਚਾਚਾ ਜੀ ਮੈਂ ਕੀ ਕਰਾਂ? ਮੈਂ ਗੁਰਦੁਆਰੇ ਜਾ, ਭਾਈ ਨੂੰ ਪੁੱਛ ਤੁਸੀਂ ਕਿੰਨੇ ਜੀ ਹੋ? 4-5 ਜਣੇ। ਉਹਨੇ ਤਾਂ ਪ੍ਰਸ਼ਾਦਾ ਬਣਾ ਕੇ ਨਾ ਉੱਥੇ ਗੁਰਦੁਆਰੇ ਦੇ ਆ ਅਤੇ ਕਹਿ ਵੀ ਡੈਡੀ ਜੀ ਆਹ ਲਓ ਤੁਹਾਡੇ ਨਿਮਿਤ। ਮੈਂ ਫਿਰ ਨਹੀਂ ਮੁੜ ਕੇ ਮੰਗੇਗਾ, ਮੁੜ ਕੇ ਨਹੀਂ ਮੰਗਿਆ। ਫਿਰ ਮੈਂ ਉਹ ਆ ਕੇ ਵੀ ਹਾਂ ਤੂੰ ਚੰਗਾ ਪੜ ਕੇ ਮੈਨੂੰ ਨਹੀਂ ਕਹਿੰਦੇ ਖਾਣ ਦਿੰਦਾ। ਹੁਣ ਉਸ ਤਰ੍ਹਾਂ ਕਿਵੇਂ ਦੇ ਬੰਦਾ, ਉਹ ਤੇ ਰੂਹ ਹੈ। ਜੇ ਸਰੀਰ ਉਹ ਜਾ ਕੇ ਬੈਠਾ ਜੀ ਡੈਡੀ ਜੀ ਹੁਣੇ ਬਣਾ ਦਿੰਦੇ। ਕਹਿ ਜੋ ਦਾਦਾ ਜੀ ਹੁੰਦੇ ਵੀ ਤੁਹਾਡੇ ਜੋ ਫਾਦਰ ਹੁੰਦੇ ਨੇ ਉਹ ਵਧੀਆ ਕੱਪੜਿਆਂ 'ਚ ਹੁੰਦੇ ਨੇ, ਉਹ ਖੁਸ਼ ਹੁੰਦੇ ਨੇ। ਉਹ ਜਿਸ ਕੱਪੜੇ 'ਚ ਉਹਨਾਂ ਦੀ ਫੋਟੋ ਲੱਗੀ ਹੈ ਘਰ ਦੇ ਵਿੱਚ, ਉਸੇ ਪਹਿਰਾਵੇ 'ਚ ਹੀ ਆਉਂਦੇ ਨੇ। ਉਹ ਖੁਸ਼ ਨੇ, ਆਨੰਦ 'ਚ ਨੇ। ਮੈਂ ਫਿਰ ਉਹਨਾਂ ਦੇ ਮੁੰਡੇ ਨੇ ਕਿੰਨਾ ਦਾ ਪਾਠ ਕੀਤਾ, ਬਾਪੂ ਵੇਲੀ ਫਿਰ ਕੁਝ ਹੀ ਰਹਿਣਾ, ਹੋਰ ਕੀ ਕਰਨਾ ਉਹਨਾਂ ਨੇ। ਮੈਂ ਤਾਂ ਵੀ ਕਰ ਆਪਣੇ ਬਾਪੂ ਲਈ। ਸੋ ਗੁਰੂ ਮਹਾਰਾਜ ਕਹਿੰਦੇ, ਸੋ ਇਸ ਲਈ ਐ ਨਹੀਂ ਕਹਿਣਾ ਕਿ ਪਰਮਾਤਮਾ ਜਿਹੜਾ ਹੈ ਨਖਿੱਧ ਹੈ, ਉਹਨੇ ਪੈੜੇ ਪਾਸੇ ਲਾਤਾ ਹੈ। ਨਹੀਂ, ਸਾਡੇ ਕਰਮ ਹੀ ਸਾਨੂੰ ਅੰਦਰੋਂ ਪ੍ਰੇਰਦੇ ਰਹਿੰਦੇ ਨੇ। ਜੇ ਫਿਰ ਜੋਤਸ਼ੀ ਨੇ ਕਿਹਾ ਤੁਹਾਡੇ ਭਾਗਾਂ 'ਚ ਵਿੱਦਿਆ ਬਹੁਤ ਲਿਖੀ ਹੈ, ਕਿਤੇ ਵੀ ਫੇਲ ਹੋਣਾ ਨਹੀਂ ਲਿਖਿਆ। ਇਹ ਤਾਂ ਨਹੀਂ ਕਿ ਮੈਂ ਪੜ੍ਹਨੋਂ ਹਟ ਕੇ ਚੱਲ ਆਪਤ ਪਾਸ ਹੋਈ ਜਾਣਾ, ਨਹੀਂ। ਕਿਉਂਕਿ ਮੇਰੇ ਭਾਗਾਂ 'ਚ ਵਿੱਦਿਆ ਲਿਖੀ ਸੀ, ਇਹਦਾ ਮਤਲਬ ਮੇਰੇ ਭਾਗਾਂ 'ਚ ਮਿਹਨਤ ਵੀ ਲਿਖੀ ਹੋਈ ਸੀ। ਇਹਦੇ ਜੇ ਭਾਗਾਂ 'ਚ ਵਿੱਦਿਆ ਲਿਖੀ ਹੈ ਤੇ ਇਹਦਾ ਮਤਲਬ ਫਿਰ ਮਿਹਨਤ ਵੀ ਤਾਂ ਲਿਖੀ ਹੈ ਨਾ। ਇਹ ਨਹੀਂ ਹੈਗਾ ਵੀ ਹਾਂ ਮੈਨੂੰ ਗਿਆਨ ਹੋ ਗਿਆ ਵੀ ਹਾਂ ਜੀ ਮੈਂ ਤਾਂ ਫੇਲ ਹੀ ਨਹੀਂ ਹੋਣਾ, ਆਪਾਂ ਨੂੰ ਕੀ ਲੋੜ ਹੈ ਪੜ੍ਹਨ ਦੀ। ਨਹੀਂ, ਜੇ ਵਿੱਦਿਆ ਭਾਗਾਂ 'ਚ ਲਿਖੀ ਹੈ ਤਾਂ ਮਿਹਨਤ ਕਰਨੀ ਵੀ ਪਰਮਾਤਮਾ ਨੇ ਲਿਖੀ ਹੋਈ ਹੈ। ਇਹ ਨਹੀਂ ਵੀ ਮੈਂ ਸਿਆਣਾ ਜੀ ਮਿਹਨਤ ਕੀਤੀ ਦੂਜੇ ਨੇ ਨਹੀਂ। ਨੋ, ਪਰਮਾਤਮਾ ਨੇ ਲਿਖਿਆ ਤੂੰ ਮਿਹਨਤੀ ਹੋਏਗਾ, ਬਸ ਹੋਏਗਾ, ਗੱਲ ਖਤਮ ਹੋ ਗਈ। ਉਹਨੇ ਲਿਖਿਆ ਤੂੰ ਨਹੀਂ ਪੀਏਗਾ, ਮੈਂ ਨਹੀਂ ਪੀਏਗਾ। ਜੋ ਮਰਜ਼ੀ ਕਹੇ, ਕੋਈ ਕਹਿੰਦਾ ਸੁੰਘ ਕੇ ਵੇਖ ਲੈ, ਕੋਈ ਕਹਿੰਦਾ ਕੁੱਟ ਭਰ ਕੇ ਵੇਖ ਲੈ, ਕੋਈ ਮੈਨੂੰ ਬਚਪਨ ਯਾਦ ਆਉਂਦਾ। ਮੈਂ ਜੇ ਕਿਤੇ ਮੈਨੂੰ ਤਾਂ ਅੱਖ ਲੱਗਿਆ ਹੁੰਦਾ, ਵਾਹ ਬੱਲੇ ਬੱਲੇ ਇੱਥੇ ਕਿੰਨੇ ਕਥਾ ਕਰਨੀ ਸੀ। ਅਤੇ ਜੇ ਮੈਂ ਕਥਾ ਕਰਨ ਵੀ ਲੱਗਦਾ ਛੱਡ ਛਡਾ ਕੇ ਤਾਂ ਵੀ ਲੋਕਾਂ ਆਹ ਪਤਾ ਸਾਨੂੰ ਵੱਡਾ ਵਸਾਦ ਬੜਿਆ ਫਿਰਦਾ, ਪਹਿਲਾਂ ਸ਼ਰਾਬਾਂ ਪੀਆ ਕਰਦਾ, ਉਹ ਕਹਿਣਾ ਨਹੀਂ ਛੁੱਟਦਾ ਹੈਗਾ। ਮਗਰ ਇਹ ਤਾਂ ਦਾਤਾ ਲਾਉਂਦਾ ਹੈ, ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਪਰ ਉਹਨੇ ਆਪਣੀ ਮਰਜ਼ੀ ਨਹੀਂ ਕੀਤੀ। ਉਹਨੇ ਮੇਰੇ ਕਰਮ ਪਿਛਲੇ ਦੇਖੇ, ਮੇਰੇ ਕਰਮਾਂ ਨੂੰ ਵੇਖ ਕੇ ਮੈਨੂੰ ਮਿਹਨਤੀ ਬਣਾਇਆ। ਮੇਰੇ ਭਾਗਾਂ 'ਚ ਵਿੱਦਿਆ ਲਿਖੀ, ਮੇਰੇ ਭਾਗਾਂ 'ਚ ਧਨ ਲਿਖਿਆ, ਮੇਰੇ ਭਾਗਾਂ 'ਚ ਜੋਸ਼ ਲਿਖਿਆ। ਉਹ ਤਾਂ ਪਹਿਲਾਂ ਲਿਖਦਾ। ਸਾਡੀ ਸਾਰੀ ਕਿਸਮਤ ਪਹਿਲਾਂ ਹੀ ਲਿਖੀ ਹੁੰਦੀ ਹੈ, ਸਿਰਫ ਸਾਨੂੰ ਨਾ ਪਤਾ ਹੋਣ ਕਰਕੇ ਅਸੀਂ ਚਿੰਤਤ ਰਹਿੰਦੇ। ਸਾਨੂੰ ਚਿੰਤਾ ਸਿਰਫ ਇਸ ਲਈ ਕਿ ਸਾਨੂੰ ਪਤਾ ਨਹੀਂ ਕਿ ਸਾਡੇ ਨਾਲ ਕੀ ਹੋਵੇਗਾ। ਅਤੇ ਮੈਂ ਹੈਰਾਨ ਉਸ ਜੋਤਸ਼ੀ 'ਤੇ ਹੱਥ ਵੇਖਦਾ ਸੀ, ਬਸ ਪੱਤਰੀ ਪੁੱਤਰੀ ਕੋਈ ਨਹੀਂ ਵੇਖਦਾ। ਜੇ ਪੱਤਰੀ ਵੇਖਦਾ ਤਾਂ ਮੈਨੂੰ ਤਾਂ ਆਪਣੇ ਡੇਟ ਆਫ ਬਰਥ ਹੀ ਨਹੀਂ ਪਤਾ। ਉਹਦੇ ਅੰਦਾਜ਼ੇ ਨਾਲ ਬਾਪੂ ਬੇਬੇ ਜੋ ਲਿਖਾਏ 8-8 ਦਾ ਜਵਾਬ ਸਨ, ਕੌਣ ਡੇਟ ਆਫ ਬਰਥ ਯਾਦ ਰੱਖੇ। ਕਿਹੜਾ ਇੱਕ ਅੱਧਾ ਸੀ ਕੋਈ, ਤੇ ਨਾ ਮਾਂ ਬਾਪ ਪੜ੍ਹਿਆ ਹੋਇਆ ਵਿਚਾਰੇ ਹੁੰਦੇ ਤੱਤਾ ਕਰਨ ਵਾਲੇ ਖੇਤਾਂ ਸਾਨੂੰ। ਸੋ ਇਹ ਤਾਂ ਮਗਰਲੇ ਕਰਮ ਨੇ ਜਿਹੜੀ ਇਸ ਜਨ ਕਿਸਮਤ ਬਣਦੀ। ਹੁਣ ਜਿਹੜੇ ਅਸੀਂ ਕਰਮ ਕਰ ਰਹੇ ਆਪਣੀ ਹੀ ਕਿਸਮਤ ਤਿਆਰ ਕਰ ਰਹੇ। ਇਸੇ ਗੁਰਬਾਣੀ ਕੇ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣੇ। ਉਹਨਾਂ ਨੂੰ ਗਿਆਨ ਸੀ, ਕਹਿੰਦੇ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਮੈਂ ਆਪਣੇ ਕਰਮਾਂ ਨੂੰ ਦੋਸ਼ ਦਿੰਦਾ, ਮੈਂ ਕੰਮ ਹੀ ਇਹੋ ਜਿਹੇ ਕੀਤੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਸ਼ਲੋਕ 10 ਹੈ ਏਕ ਨਿਹਾਰਿਆ, ਸਭ ਕਿਛ ਦੇਵਨ ਹਾਰ, ਸਭ ਕੁਛ ਦੇਵਨ ਹਾਰ, ਸਾਹ ਸਾਹ ਸਿਮਰਤ ਰਹੇ, ਨਾਨਕ ਦਰਸ ਆਧਾਰ। ਦਾਸਾਂ ਨੇ ਵੇਖ ਲੈ, ਨਿਹਾਰਿਆ ਮੈਨੇ ਵੇਖ ਲੈ। ਜਿਹੜੇ ਪਰਮਾਤਮਾ ਦੇ ਦਾਸ ਨੇ, ਪਰਮਾਤਮਾ ਦੇ ਭਗਤ ਨੇ,
उन्होंने देख लिया सब कुछ देवनहार परमात्मा सब कुछ देने वाला है, सब कुछ देने वाला परमात्मा है। कहते ये उन्होंने गल वेख ली, इसलिए वो की कहते करते ने साथ साथ सिमरत रहे, स्वास स्वास सिमरन करते रहते रहन। नानक दर्श आधार, परमात्मा के दर्शनों का उन्होंने जीवन का आधार है, उन्होंने जीवन का आधार है परमात्मा के दर्शन। तो सिमरन करके ही होने हैं। तो नहीं पता लगे देने वाला तो परमात्मा है, जो देने वाला ही हो तो फिर उसका नाम जपे जो। जिसका दिता खावना तिस करिए, पर आके मैं तो अपना खाना जी, मैं तो अपना कमाना, प्रॉब्लम तो आ है रब के उत्तों को रोटी सुटता है अगो है कहते विश्वास नहीं आ रहा। बाणी कहते ये देने वाला तो वो है, दाता तो वो है, पर इसे विश्वास नहीं आ रहा है। बड़ा कहता मैं इन्नी मेहनत करता सवेर तो लेके शाम तक, रब ने कितने दिंदा, मैं अपना कमा के खांदा। पर उन ज्ञान ने एक कमाने के योग भी तेन परमात्मा ने बनाया। ਜਿਹੜੇ तेन परमात्मा बौला बना दिमाग ही ना कोई दिंदा, ਚੱਜ ही ना दिंदा तेन कोई, फिर तू की कर लेंदा। कहते अगे कहते दद्दा दाता एक है सबको देवनहार, देंदे तोड़ न आवी अगणत भरे भंडार। इनू अगणत नहीं पढ़ना, गणत का विरोधी शब्द है अगणत। गणत जिन्हों इंग्लिश मैथेमैटिक्स कहते, उर्दू दे विच हिसाब कहते, हिंदी च गणत कहते। गणत गिणती जिसकी गिणती हो सके, अगणत जिसकी गिणती भी ना हो सके, जिन्होंने आप कहने अणगिणत। दद्दा दाता एक है, दाता तो इको ही है, सबको देवनहार जिहड़ा सार है उन्होंने दाता दिंदा है। फिर और के देंदे तोड़ना भी, दाता दिंदे कोई कमी नहीं आती। अगणत भरे भंडार, बोलते बेअंत भंडार दाता ना भरे हुए हैं, उतो दाता जीवन दिंदा रहता है। सो दाता वही है, बाकी सारे मंगते हैं। परमात्मा दाता है, जहाँ जो ब्रह्म ज्ञानी है परमात्मा जान लेंदा वो भी दाता हो जाता। लोग साधुओं संतां को जाते हैं दाता नहीं, वो भी दाते हो जाते। सो इसलिए कहते दद्दा दाता एक है सबको देवनहार, देंदे तोड़ न आवी अगणत भरे भंडार। दद्दा दाता एक है, दद्दा दाता एक है, दद्दा दाता एक है, दद्दा दाता एक है। सबको देवनहार, सबको देवनहार, सबको देवनहार, सबको देवनहार। देंदे तोड़ न आवई, देंदे तोड़ न आवई, देंदे तोड़ न आवई, देंदे तोड़ न आवई। अगणत परे भंडार, अगणत परे भंडार, अगणत परे भंडार, अगणत परे भंडार। इसलिए जो मंगना है परमात्मा से मंगो, पहला कुछ दो फिर मंगो। गिव एंड टेक। पहला पाठ करो, फिर सिमरन करो, फिर उसके बदले च मंगो। पहला दो फिर मंगो, पहला जमा करो फिर उसकी ब्याज मंगो। तो पैसे ही जमा नहीं करा बैंक आके मेरा जी ब्याज दे 3 महीने बाद तेरा प्रिंसिपल ही है नहीं तो ब्याज कितों भाल। गिव एंड टेक मैनू अंग्रेज़ों से बड़ा वधिया शब्द लगता, मैं यार वाकई ठीक। भाई गुरदास है अपनी वारा चुने कहते हे इंसान ਉਹੀ ਮਿਲਦਾ ਜੋ ਤੂੰ ਲੋਕਾਂ ਨੂੰ ਦਿੱਤਾ ਹੋਇਆ, ਤੈਨੂੰ ਉਹੀ ਮਿਲਣਾ, ਬਿਨਾਂ ਦਿੱਤੇ ਮਿਲਦਾ ਨਹੀਂ ਕੁਛ।
ਜੋ ਤੂੰ ਦਿੱਤਾ ਹੈ ਉਹੀ ਤੈਨੂੰ ਮਿਲਣਾ ਹੈ। ਦੁੱਖ ਦਿੱਤਾ ਹੈ ਦੁੱਖ ਮਿਲਣਾ, ਸੁੱਖ ਦਿੱਤਾ ਹੈ ਸੁੱਖ ਮਿਲਣਾ, ਦਾਨ ਦਿੱਤਾ ਹੈ ਮਾਇਆ ਮਿਲਣੀ, ਲੁੱਟਾਂ ਖੋਹਾਂ ਕਿਤੇ ਗਰੀਬੀ ਮਿਲਣੀ, ਉਹੀ ਮਿਲਣਾ ਜੋ ਤੂੰ ਦਿੱਤਾ। ਪਰ ਮਨੁੱਖ ਨੂੰ ਇਹ ਗੱਲਾਂ ਯਾਦ ਨਹੀਂ ਰਹਿੰਦੀਆਂ, ਦ੍ਰਿੜ ਨਹੀਂ ਹੁੰਦੀਆਂ, ਤੇ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ। ਦੈਨ ਹਾਰ ਸਦ ਜੀਵਨ ਹਾਰ, ਇਹ ਜਿਹੜਾ ਦਾਤਾ ਉਹ ਤਾਂ ਸਦਾ ਜਿਉਂਦਾ ਹੈ, ਉਹਨੇ ਕੋ ਮਰ ਨਹੀਂ ਜਾਣਾ ਵੀ ਆਪਾਂ ਨੂੰ ਕੱਲ੍ਹ ਨੂੰ ਕੌਣ ਦੇਵੇਗਾ ਯਾਰ, ਜਿਸ ਤੋਂ ਆਪਾਂ ਨੂੰ ਉਮੀਦ ਸੀ ਤਾਂ ਮਰ ਵੀ ਗਿਆ। ਤੁਸੀਂ ਜਿਸ ਤੋਂ ਉਮੀਦ ਲਾਈ ਹੋਈ ਹੈ, ਸਪੋਜ਼ ਕਰੋ ਵੀ ਔਖੇ ਸਮੇਂ ਇਹ ਮੇਰੀ ਮਦਦ ਕਰੇਗਾ, ਉਹ ਚੰਗਾ ਹੈ, ਉਹ ਮਦਦ ਕਰਨ ਨੂੰ ਤਿਆਰ ਹੈ। ਪਰ ਜਦੋਂ ਤੁਹਾਨੂੰ ਮਦਦ ਦੀ ਲੋੜ ਸੀ ਉਹਦੀ ਡੈਥ ਹੋ ਗਈ ਜਾਂ ਕਿਤੇ ਪ੍ਰਦੇਸ਼ ਚਲੇ ਗਏ, ਬਸ ਗਿਆ ਤਾਂ। ਇਸੇ ਲਈ ਮਨੁੱਖ ਤੇ ਆਸ ਨਹੀਂ ਲਾਈਦੀ, ਆਸ ਪਰਮਾਤਮਾ ਤੇ ਰੱਖੀ ਦੀ ਹੁੰਦੀ ਹੈ। ਹਾਂ, ਸਹਾਇਤਾ ਉਹਨੇ ਮਨੁੱਖਾਂ ਰਾਹੀਂ ਕਰਨੀ, ਆਸ ਪਰਮਾਤਮਾ ਤੇ ਰੱਖੋ। ਉਹ ਸਿੱਧੀ ਨਹੀਂ ਕਿਸੇ ਦੀ ਸਹਾਇਤਾ ਕਰਦਾ, ਉਹ ਕਿਸੇ ਦੇ ਰਾਹੀਂ ਤੁਹਾਡੀ ਸਹਾਇਤਾ ਕਰਦਾ। ਉਹਦੀ ਮਰਜ਼ੀ ਹੈ, ਜਿਹਦੇ ਚਿੱਤ ਚੇਤਾ ਵੀ ਨਹੀਂ, ਜਿਹਦੇ ਤੁਹਾਨੂੰ ਵੀ ਇਹ ਸਾਡੀ ਸਹਾਇਤਾ ਕਰੇਗੀ, ਉਹ ਆ ਕੇ ਸਹਾਇਤਾ ਕਰ ਜਾਂਦਾ। ਕਈ ਵਾਰ ਚਿੱਤ ਚੇਤਾ ਵੀ ਨਹੀਂ, ਇਹ ਵੀ ਸਾਡੀ ਸਹਾਇਤਾ ਕਰੇਗਾ, ਉਹ ਸਹਾਇਤਾ ਕਰਨ ਆ ਜਾਂਦਾ। ਮੈਂ ਦੇਖਿਆ ਪਰਮਾਤਮਾ ਕਹਿ ਰਹੀ ਬਹੁਤ ਅਜੀਬ ਕੁਛ ਕਰ ਦਿੰਦਾ ਹੈ, ਜਿੱਦਾਂ ਸਾਨੂੰ ਚਿੱਤ ਚੇਤਾ ਵੀ ਨਹੀਂ। ਸੋ ਤਾਂ ਕਹਿੰਦੇ ਨੇ ਦੈਨ ਹਰ ਸਦ ਜੀਵਨ ਹਰਾ, ਹੈ ਇਨਸਾਨ ਜਿਹੜਾ ਦਾਤਾ ਦੇਣ ਵਾਲਾ ਤਾਂ ਸਦਾ ਹੀ ਜਿਉਂਦਾ ਹੈ। ਮਨ ਮੂਰਖ ਕਿਉਂ ਤਾਹੇ ਵਿਸਰ, ਹੇ ਮੂਰਖਾ ਤੂੰ ਉਸ ਰੱਬ ਨੂੰ ਕਿਉਂ ਵਿਸਾਰ ਦਿੱਤਾ ਹੈ, ਉਹਨੂੰ ਕਿਉਂ ਭੁਲਾ ਦਿੱਤਾ ਹੈ, ਉਹ ਤਾਂ ਸਦਾ ਹੀ ਦੇਣ ਵਾਲਾ ਹੈ, ਉਹ ਤਾਂ ਸਦਾ ਹੀ ਜਿਉਂਦਾ ਹੈ। ਦੋਸ਼ ਨਹੀਂ ਕਾਹੂ ਕੋ ਮੀਤਾ, ਹੇ ਮਿੱਤਰਾ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ। ਮਾਇਆ ਮੋਹ ਬੰਧ ਪ੍ਰਭ ਕੀਤਾ, ਪਰਮਾਤਮਾ ਨੇ ਆਪ ਹੀ ਮਨੁੱਖ ਨੂੰ ਮਾਇਆ ਦੇ ਮੋਹ 'ਚ ਬੰਨ੍ਹ ਲਿਆ ਹੈ। ਇਹ ਮਾਇਆ ਦੇ ਮੋਹ 'ਚ ਲੱਗਾ ਹੋਇਆ ਹੈ। ਦੋਸ਼ ਤੇ ਕਿਹਨੂੰ ਦੇਈਏ, ਰੱਬ ਨੇ ਲਾਤਾ ਹੈ ਕਦਰ। ਦਰਦ ਨਿਵਾਰੇ ਜਾ ਕੇ ਆਪੇ, ਨਾਨਕ ਤੇ ਗੁਰਮੁਖ ਤਰਾਪੇ। ਇਹ ਪਰਮਾਤਮਾ ਜਿਹਦੇ ਦੁੱਖ ਨੂੰ ਤੂੰ ਆਪ ਹੀ ਦੂਰ ਕਰ ਦਿੰਦਾ ਹੈ, ਤੇ ਉਹ ਗੁਰੂ ਦੇ ਰਾਹੀਂ ਤਰਾਪੇ ਰੱਜ ਗਏ, ਉਹਨਾਂ ਦਾ ਮਨ ਰੱਜ ਜਾਂਦਾ। ਸਭ ਕੁਝ ਦੇਣ ਵਾਲਾ ਪਰਮਾਤਮਾ ਹੈ, ਉਹੀ ਸਾਨੂੰ ਮਾਇਆ ਮੋਹ 'ਚ ਫਸਾਉਂਦਾ ਹੈ, ਉਹੀ ਸਾਨੂੰ ਮਾਇਆ ਮੋਹ ਦੇ ਦੁੱਖ ਤੋਂ ਦੂਰ ਕਰਦਾ ਹੈ, ਤੇ ਗੁਰੂ ਰਾਹੀਂ ਫਿਰ ਸਾਡੇ ਮਨ ਨੂੰ ਰਜਾ ਦਿੰਦਾ ਹੈ। ਅਸੀਂ ਕਹਿੰਦੇ ਹਾਂ ਦਾਤੇ ਦਾ ਦਿੱਤਾ ਬਹੁਤ ਹੈ, ਉੱਤੋਂ ਨਹੀਂ। ਕਿਉਂਕਿ ਹਾਲ ਚਾਲ ਪੁੱਛੇ ਜੈਮਲ ਸਿੰਘ ਤੁਹਾਡਾ ਕੀ ਹਾਲ 'ਚ ਬਹੁਤ ਵਧੀਆ, ਤੇ 5 ਮਿੰਟਾਂ ਕਹਾ ਯਾਰ ਮੇਰੇ ਤਾਂ ਮੋਢਾ ਹੀ ਦੁਖਦਾ ਰਹਿੰਦਾ, ਨਾ ਦਿਨੇ ਸੌਂ ਦਿਨ ਰਾਤ ਨੂੰ ਸੌਂ ਹੁੰਦਾ। ਦੂਰ ਵਾਲਾ ਕੋਈ ਰਿਸ਼ਤੇਦਾਰ ਪੁੱਛਦਾ ਕੀ ਹਾਲ ਹੈ, ਕੋਲ ਸਾਰੇ ਰਿਸ਼ਤੇਦਾਰ ਬਾਬਾ ਜੀ ਕਹਿੰਦੇ, ਕੋਈ ਚਾਚਾ ਤਾਇਆ ਤਾਂ ਕੁਛ ਕਹਿੰਦੇ ਬਾਬਾ ਜੀ ਕੀ ਹਾਲ, ਮੈਂ ਇਹ ਕਲਾਸ ਜਾਂ ਮੈਂ ਕਹਿੰਦਾ ਆਨੰਦ ਮੰਗਲ। ਵੀ ਇਹ ਦੂਰ ਬੈਠੇ ਮੇਰਾ ਕੀ ਕਰਨਗੇ ਵਿਚਾਰੇ, ਜੇ ਮੈਂ ਕੋਈ ਆਪਣਾ ਦੁੱਖ ਦੱਸਾਂਗੇ ਸਗੋਂ ਦੁਖੀ ਹੋ ਜਾਣਗੇ, ਕੋਈ ਫਾਇਦਾ ਹੀ ਨਹੀਂ ਹੈ। ਦੁੱਖ ਉਹਨੂੰ ਦੱਸੋ ਜਿਹੜਾ ਤੁਹਾਡੀ ਸਹਾਇਤਾ ਕਰ ਸਕਦਾ, ਤੁਹਾਡੇ ਕੋਈ ਨੇੜੇ ਹੈ। ਦੂਰ ਵਾਲਾ ਕਹਿ ਉਹਨਾਂ ਦਾ ਪੀਸ ਆਫ ਮਾਈਂਡ ਖਰਾਬ ਕਰਨ ਦੀ ਲੋੜ ਨਹੀਂ। ਸੋ ਮੈਂ ਛੋਟੇ ਭਰਾ ਨੂੰ ਵੀ ਕਹਿਣਾ, ਮੈਂ ਤੂੰ ਦੱਸਿਆ ਨਾ ਕਰ ਰਿਸ਼ਤੇਦਾਰਾਂ ਨੂੰ ਯਾਰ, ਉਦੋਂ ਦੱਸਣਾ ਵੀ ਜਦੋਂ ਹਾਂ ਹੁਣ ਵੀ ਇਹ ਮੌਤ ਦੇ ਕਿਨਾਰੇ 'ਤੇ ਆ ਕੇ ਮਿਲ ਲਓ ਜੀ, ਬੱਚੇ ਲੈ ਤੁਹਾਡਾ ਬੰਦਾ, ਉਦੋਂ ਤਾਂ ਦੱਸ ਲਓ। ਬਾਕੀ ਕੀ ਉਹਨੂੰ ਕਰਨਾ ਵੀ ਕਰਨਾ ਚਾਹੀਦਾ। ਇਸ ਲਈ ਦੁੱਖ ਵੀ ਉਸ ਨੂੰ ਦੱਸਣਾ ਚਾਹੀਦਾ ਜਿਹਦੇ ਕੋਲ ਤੁਹਾਡਾ ਇਲਾਜ ਹੈ, ਜਿਹੜਾ ਤੁਹਾਡੀ ਸਹਾਇਤਾ ਵੇਲੇ ਸਿਰ ਕਰ ਸਕਦਾ ਹੈ। ਉਹ ਪਰਮਾਤਮਾ ਹੀ ਆਪੇ ਉਹਨੇ ਵਿਧ ਬਣਾਉਣੀ, ਕਿਸੇ ਤੋਂ ਸਹਾਇਤਾ ਕਰਾ ਦੇ। ਇਹ ਤਾਂ ਉਹਨੇ ਦੇਖਣਾ ਵੀ ਮੈਂ ਕਿਸ ਨੂੰ ਪ੍ਰੇਰ ਕੇ ਇਹਦੀ ਸਹਾਇਤਾ ਕਰਾਉਣੀ ਹੈ। ਇਹ ਦਾਤੇ ਨੂੰ ਪਤਾ ਹੈ, ਸਬੱਬ ਉਹਨੇ ਬਣਾਉਣਾ ਹੈ। ਹੁਣ ਤਾਂ ਸਹਾਇਤਾ ਕਰਨੀ ਉਹਨੇ ਹੈ, ਪਰ ਉਹਨੇ ਕਿਸੇ ਰਾਹੀਂ ਕਰਾਉਣੀ ਹੈ। ਇਸ ਲਈ ਕਈ ਵਾਰੀ ਬੰਦਾ ਹੈਰਾਨ ਹੋ ਜਾਂਦਾ, ਯਾਰ ਵੀ ਇਹ ਮੇਰੀ ਸਹਾਇਤਾ ਕਰ ਗਿਆ, ਇਹ ਤਾਂ ਮੇਰੀ ਚਿੱਤਾ ਵੀ ਨਹੀਂ ਸੀ, ਇਹ ਵੀ ਮੇਰੀ ਸਹਾਇਤਾ ਕਰੇਗਾ। ਇਹਦਾ ਕੰਮ ਨਹੀਂ।
ਸਾਡਾ ਕੰਮ ਹੈ ਉਸ 'ਤੇ ਵਿਸ਼ਵਾਸ ਰੱਖਣਾ ਕਿ ਉਹ ਦਾਤਾ ਹੈ, ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਉਹ ਸਦਾ ਹੀ ਦਿੰਦਾ, ਦਾਤਾ ਦਿੰਦਾ ਹੈ। ਪਰ ਭਜਨ ਬੰਦਗੀ ਕਰਦੇ ਰਹੋ, ਆਪਣੀ ਦਸਾਂ ਨੂੰ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਰਹੋ। ਸਤਿਕਾਰਯੋਗ ਸਾਧ ਸੰਗਤ ਸਮਾਂ। ਵਾਹਿਗੁਰੂ ਜੀ ਕਾ ਖਾਲਸਾ,